ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਮਹਾਰਾਜ ਨੇ ਸ਼ਾਮ ਦੇ ਸਮੇਂ ਦੀਆਂ ਸਤਸੰਗ ਘੜੀਆਂ ਬਖਸ਼ੀਆਂ ਹਨ। ਗੁਰੂ ਪਾਤਸ਼ਾਹ ਜੀ ਦਾ ਸੋਹਣਾ ਸੁੰਦਰ ਇਤਿਹਾਸ ਜੋ ਲੜੀਵਾਰ ਆਪਾਂ ਸਰਵਣ ਕਰ ਰਹੇ ਹਾਂ, ਮਾਈ ਭਾਈ ਲਾਭ ਪ੍ਰਾਪਤ ਕਰ ਰਹੇ ਹੋ। ਬਹੁਤ ਹੀ ਸਤਿਕਾਰਯੋਗ ਮਹਾਨ ਵਿਦਵਾਨ ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਮਹਾਰਾਜ ਜੀ ਦੀ ਅੰਸ਼ ਬੰਸ਼ ਸ੍ਰੀਮਾਨ ਕਵੀ ਸੰਤ ਨੇਣ ਪ੍ਰੇਮ ਸਿੰਘ ਜੀ, ਉਹਨਾਂ ਦੁਆਰਾ ਰਚਿਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਕਥਾ ਜੋ ਚੱਲ ਰਹੀ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਗੁਰੂ ਜੀ ਦਾ ਜੀਵਨ ਪ੍ਰਸੰਗ। ਕੱਲ 43ਵੇਂ ਘਰ ਦਾ ਪ੍ਰਸੰਗ ਕਿ ਮਹਾਰਾਜ ਕਿਵੇਂ ਸੱਚਖੰਡ ਤੋਂ ਜਦੋਂ ਵਾਪਸੀ ਸੀਲ ਸੈਣ ਹੋਰ ਰਿਸ਼ੀਆਂ ਨੂੰ ਮਿਲੇ ਹਨ। ਉਸ ਉਪਰੰਤ ਫਿਰ 24ਵੇਂ ਘਰ ਦਾ ਪ੍ਰਸੰਗ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਿਹਾ, ਮਹਾਰਾਜ ਜਿਹੜੇ 9 ਖੰਡ ਧਰਤੀ ਹੈ, ਕਿਰਪਾ ਕਰਕੇ ਉਹਨਾਂ 9 ਖੰਡਾਂ ਦੇ ਵੀ ਦਰਸ਼ਨ ਕਰਵਾਓ। ਤੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਪਹਿਲਾਂ ਇਲਾਬ੍ਰਿਤ ਖੰਡ ਤੇ ਪਹੁੰਚੇ, ਜਿੱਥੇ ਕਰੋੜਾਂ ਸ਼ੇਰ ਨੇ। ਜੋ ਮਹਾਰਾਜ ਨੇ ਫਿਰ ਉਹਨਾਂ ਦਾ ਵੀ ਮਨ ਜਿਹੜਾ ਹੈ ਉਹ ਗਰੀਬ ਨਵਾਜ ਪਾਤਸ਼ਾਹ ਨੇ ਬਦਲਿਆ ਤੇ ਬਰ ਬਚਨ ਵੀ ਦਿੱਤੇ, 10ਵੇਂ ਜਾਮੇ ਵਿੱਚ ਤੁਹਾਨੂੰ ਮਨੁੱਖੀ ਜਨਮ ਦੇਵਾਂਗੇ। ਸਾਰਿਆਂ ਨੇ ਮਹਾਰਾਜ ਅੱਗੇ ਸੀਸ ਝੁਕਾਇਆ ਹੈ ਤੇ ਸਤਿਗੁਰੂ ਦੀ ਸ਼ਰਨ ਤੱਕੀ ਹੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਇੱਥੋਂ ਵਿਦਾ ਹੋ ਕਰਕੇ ਅੱਗੇ ਇੱਕ ਨਗਰ ਦੇ ਕੋਲ ਪਹੁੰਚੇ ਹਨ। ਨਗਰ ਦੇ ਲੋਕਾਂ ਨੇ ਪੁੱਛਿਆ ਕਿ ਤੁਸੀਂ ਕਿਵੇਂ ਆ ਗਏ ਇੱਥੇ? ਤਾਂ 100 ਯੋਜਨ ਤੱਕ ਕੋਈ ਪਸ਼ੂ ਕੋਈ ਮਨੁੱਖ ਸ਼ੇਰਾਂ ਨੇ ਛੱਡਿਆ ਨਹੀਂ।
ਮਹਾਰਾਜ ਕਹਿਣ ਲੱਗੇ ਅਸੀਂ ਉਹਨਾਂ ਦੀ ਕਲਿਆਣਤਾ ਕਰ ਆਏ ਹਾਂ, ਹੁਣ ਨਹੀਂ ਉਹ ਕਿਸੇ ਨੂੰ ਮਾਰਨਗੇ, ਉਹਨਾਂ ਦੀ ਮੌਤ ਹੋ ਜਾਵੇਗੀ। ਉਹ ਸਮਾਂ ਆਵੇਗਾ ਫਿਰ ਜੋ ਬਚਨ ਸਨ 10ਵੇਂ ਜਾਮੇ ਵਿੱਚ ਮਨੁੱਖੀ ਰੂਹਾਂ ਬਣਨਗੇ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਅਸੀਂ ਭਾਈ ਉਹਨਾਂ ਦੀ ਹਿੰਸਾ ਖਤਮ ਕਰ ਦਿੱਤੀ ਹੈ। ਉਹ ਵੀ ਫਿਰ ਗੁਰੂ ਸਾਹਿਬ ਦੀ ਚਰਨ ਪਹੁਲ ਪ੍ਰਾਪਤ ਕਰਕੇ ਸਿੱਖ ਬਣੇ। ਫਿਰ ਮਹਾਰਾਜ ਹਿਰਣਖੰਡ ਪਹੁੰਚੇ ਹੈ, ਜਿੱਥੇ ਸਾਰੀ ਧਰਤੀ ਕੰਚਨ ਦੀ ਹੈ। ਇੱਥੋਂ ਦੀ ਜਿਹੜੀ ਰੀਤੀ ਹੈ, ਯੋਗ ਸਾਧਨਾ ਕਰਦੇ ਨੇ, ਇਸ ਕਰਕੇ ਜਵਾਨ ਰਹਿੰਦੇ। ਘਰ ਦੇ ਵਿੱਚ ਕੋਈ ਪ੍ਰਾਣ ਨਹੀਂ ਸੀ ਛੱਡਦਾ। ਜਦੋਂ ਕਿਸੇ ਦਾ ਅੰਤ ਸਮਾਂ ਆਉਂਦਾ, ਪਹਾੜ ਦੀ ਟੀਸੀ ਤੇ ਚੜ ਜਾਂਦੇ ਤੇ ਉੱਥੇ ਬ੍ਰਹਮ ਰੰਧਰ ਫੋੜ ਕੇ 10ਵੇਂ ਦਵਾਰ ਭੰਨ ਕਰਕੇ ਆਪਣਾ ਪ੍ਰਾਣ ਨਿਕਾਲ ਲੈਂਦੇ ਸਨ। ਗੁਰੂ ਪਾਤਸ਼ਾਹ ਮਹਾਰਾਜ ਉੱਥੇ ਜਾ ਪਹੁੰਚੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਪੁੱਛਦੇ ਨੇ, ਭਾਈ ਤੁਸੀਂ ਕੀ ਉਪਦੇਸ਼ ਕਮਾਉਨੇ ਹੋ? ਤਾਂ ਫਿਰ ਉਹਨਾਂ ਨੇ ਮਹਾਰਾਜ ਨਾਲ ਵਿਚਾਰ ਕੀਤੀ। ਆਓ ਸਤਿਗੁਰੂ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਨੇ ਉਹਨਾਂ ਉਪਦੇਸ਼ ਦਿੱਤਾ। ਅੱਗੇ ਇਤਿਹਾਸ ਪ੍ਰੇਮ ਤੇ ਸਤਿਕਾਰ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿੰਨ ਪੁਰ ਬਿਖੈ ਜਾਏ ਗੁਰ ਬੈਸੇ। ਉਸ ਪੁਰੀ ਵਿੱਚ ਇੱਕ ਨਗਰ ਵਿੱਚ ਮਹਾਰਾਜ ਜਾ ਬੈਠੇ ਹਨ। ਮਾਨੋ ਭਾਨ ਗਿਆਨ ਕੋ ਜੈਸੇ, ਕਿ ਮਾਨੋ ਜਿਵੇਂ ਗਿਆਨ ਦਾ ਸੂਰਜ ਹਨ। ਬਹੁ ਨਰ ਬੈਠੇ ਆਨ ਸਮੀਪਾ, ਬਹੁਤ ਲੋਕ ਮਹਾਰਾਜ ਦੇ ਕੋਲ ਆ ਬੈਠੇ ਹਨ। ਤਬ ਬੋਲੇ ਬੇਦੀ ਕੁਲ ਦੀਪਾ, ਬੇਦੀ ਕੁਲ ਦੀਪਕ ਮਹਾਰਾਜ ਕਹਿਣ ਲੱਗੇ, ਕੈਸੇ ਤੁਮ ਉਪਦੇਸ਼ ਕਮਾਵੋ। ਤੁਸੀਂ ਭਾਈ ਕਿਵੇਂ ਜੋ ਹੈ ਉਪਦੇਸ਼ ਕਮਾਉਂਦੇ ਹੋ। ਆਪਣੇ ਗੁਰ ਕੋ ਨਾਮ ਬਤਾਵੋ। ਕਿਹਦਾ ਉਪਦੇਸ਼ ਕਮਾਉਂਦੇ ਹੋ? ਆਪਣੇ ਗੁਰੂ ਦਾ ਨਾਮ ਦੱਸੋ। ਕਹਿ ਸੋ ਗੁਰ ਗੋਰਖ ਹਮ ਜਾਨੋ। ਉਹ ਕਹਿਣ ਲੱਗੇ ਜੀ ਸਾਡਾ ਗੁਰੂ ਗੋਰਖ ਹੈ, ਜਾਣ ਲਓ। ਪ੍ਰਾਣਾਯਾਮ ਉਪਦੇਸ਼ ਪਛਾਨੋ। ਉਸਨੇ ਪ੍ਰਾਣਾਯਾਮ ਦਾ ਉਪਦੇਸ਼ ਸਾਨੂੰ ਦਿੱਤਾ ਹੈ। ਸਾਧੈ ਜੋਗ ਸਦੀਵ ਤਦਾਪੀ, ਤਦ ਤੋਂ ਅਸੀਂ ਹਮੇਸ਼ਾ ਯੋਗ ਸਾਧਨਾ ਕਰਦੇ ਹਾਂ। ਮਨ ਕੋ ਸ਼ਾਂਤ ਨ ਆਵ ਕਤਾਪੀ, ਪਰ ਕਦੇ ਵੀ ਮਹਾਰਾਜ ਸਾਡੇ ਮਨ ਨੂੰ ਸ਼ਾਂਤੀ ਨਹੀਂ ਆਈ। ਅਬ ਉਪਦੇਸ਼ ਆਪ ਦੇਹੁ ਐਸਾ, ਹੁਣ ਕਿਰਪਾ ਕਰਕੇ ਤੁਸੀਂ ਆਪ ਸਾਨੂੰ ਐਸਾ ਉਪਦੇਸ਼ ਦੇਵੋ। ਸ਼ਾਂਤ ਹੋਏ ਮਨ ਸਭ ਕੋ ਜੈਸਾ, ਜਿਹਦੇ ਨਾਲ ਸਾਰਿਆਂ ਦਾ ਸਾਡਾ ਮਨ ਸ਼ਾਂਤ ਹੋ ਜਾਵੇ। ਸੁਨ ਕਰ ਤਿਨ ਕੇ ਬਚ ਜਗਤੀਸਾ, ਜਗਤ ਈਸ਼ਵਰ ਉਹਨਾਂ ਦੇ ਬੇਨਤੀ ਬਚਨ ਸੁਣ ਕੇ ਦੇਣ ਲੱਗੇ ਆਪਨ ਉਪਦੇਸ਼ਾ, ਆਪਣਾ ਉਪਦੇਸ਼ ਦੇਣ ਲੱਗੇ ਹਨ। ਸਤਿਨਾਮ ਸਿਮਰਹੁ ਲਿਵ ਲਾਈ, ਭਾਈ ਪ੍ਰੇਮ ਲਿਵ ਲਾ ਕੇ ਪਰਮੇਸ਼ਰ ਦੇ ਸੱਚੇ ਨਾਮ ਦਾ ਸਿਮਰਨ ਕਰੋ। ਹਉਮੈ ਸਗਰੀ ਦੇਹੁ ਮਿਟਾਈ, ਕਿਉਂਕਿ ਯੋਗ ਕਰਨ ਦੇ ਨਾਲ ਅੰਦਰ ਹਉਮੈ ਆਉਂਦੀ ਹੈ। ਮਹਾਰਾਜ ਕਹਿੰਦੇ ਸਾਰੀ ਹਉਮੈ ਆਪਣੇ ਅੰਦਰੋਂ ਮਿਟਾ ਦੇਵੋ। ਜਗਤ ਅਸਤ ਭਲੇ ਦ੍ਰਿੜ ਕੀਜੈ, ਇਹ ਗੱਲ ਭਲੀ ਪ੍ਰਕਾਰ ਪ੍ਰਪੱਕ ਕਰ ਲੋ, ਦ੍ਰਿੜ ਕਰ ਲੋ। ਜੋ ਜਗਤ ਹੈ ਅਸਤ ਹੈ, ਮਿਥਿਆ ਹੈ। ਸਤ ਆਤਮਾ ਏਕ ਜਨੀਜੈ, ਜੋ ਆਤਮਾ ਹੈ ਸਾਡਾ ਬ੍ਰਹਮ ਸਰੂਪ ਹੈ, ਉਹ ਸਤ ਜਾਣ ਲੈਣਾ। ਇੱਕੋ ਇੱਕ ਆਤਮਾ ਜੋ ਅੰਤਰੀਵ ਹੈ। ਅਸ ਅਭਿਆਸ ਜੇ ਕਰੋ ਸਦੀਵਾ, ਇਉਂ ਜਾਣੋ ਅਸੀਂ ਆਤਮਾ ਪਰਮਾਤਮਾ ਸਰੂਪ ਹਾਂ। ਉਸ ਬ੍ਰਹਮ ਨੂੰ ਜਪੋ, ਐਸਾ ਅਭਿਆਸ ਹਮੇਸ਼ਾ ਕਰੋ।
ਹੋਏ ਸ਼ਾਂਤ ਮਨ ਕੋ ਸੁਖ ਥੀਵਾ। ਤੇ ਭਾਈ ਮਨ ਨੂੰ ਸ਼ਾਂਤੀ ਆਵੇਗੀ, ਸੁਖ ਪ੍ਰਾਪਤ ਹੋਣਗੇ। ਸੁਣ ਕਰ ਨਰਨ ਸਭਨ ਮਨ ਮਾਨਾ। ਇਹ ਸੁਣ ਕਰਕੇ ਸਾਰੇ ਲੋਕਾਂ ਨੇ ਮਨ ਵਿੱਚ ਮਹਾਰਾਜ ਦੇ ਬਚਨ ਮੰਨੇ ਹਨ। ਕਰਨ ਲੱਗੇ ਤੇ ਵਿਦ ਸੁਖ ਜਾਨਾ। ਇਹ ਉਸੇ ਤਰ੍ਹਾਂ ਫਿਰ ਸਾਰੇ ਨਾਮ ਅਭਿਆਸ ਕਰਨ ਲੱਗੇ ਔਰ ਸਭ ਨੇ ਸੁਖ ਜਾਣਿਆ ਹੈ। ਤਹਿ ਠਾਂ ਕਿਤਕ ਕਾਲ ਗੁਰ ਰਾਖੇ। ਉਸ ਜਗ੍ਹਾ ਤੇ ਫਿਰ ਕੁਝ ਸਮਾਂ ਮਹਾਰਾਜ ਨੂੰ ਲੋਕਾਂ ਨੇ ਪ੍ਰੇਮ ਨਾਲ ਰੱਖਿਆ ਹੈ। ਬਹੁਰੋ ਕੀਨ ਗਮਨ ਅਭਿਲਾਖੇ। ਫਿਰ ਭਾਈ ਪ੍ਰੇਮ ਸਹਿਤ ਅਭਿਲਾਸ਼ਾ ਇੱਛਾ ਸਹਿਤ ਮਹਾਰਾਜ ਨੇ ਅੱਗੇ ਚੱਲਣਾ ਕੀਤਾ। ਤੈਨ ਤੇ ਵਿਦਾ ਹੋਏ ਜਗ ਸਾਈਂ। ਉਹਨਾਂ ਤੋਂ ਵਿਦਾ ਹੋ ਕੇ ਜਗਤ ਮਾਲਕ ਕਿੰਗ ਪੁਰਖ ਖੰਡ ਪਹੁੰਚੇ ਜਾਈ। ਫਿਰ ਮਹਾਰਾਜ ਕਿੰਗ ਪੁਰਖ ਖੰਡ ਵਿੱਚ ਪਹੁੰਚੇ ਹਨ। ਨਗਰ ਸਮੀਪ ਜਾਏ ਕਹਿ ਬੈਸੇ। ਇਉਂ ਨਗਰ ਦੇ ਕੋਲ ਜਾ ਬੈਠੇ ਹਨ। ਧਨ ਉਪਕਾਰ ਧਰਿਓ ਧਰ ਜੈਸੇ। ਇਹ ਸਰੀਰ ਤਾਂ ਪਰਮੇਸ਼ਰ ਨੇ ਪਰਉਪਕਾਰ ਦੇ ਵਾਸਤੇ ਜਿਵੇਂ ਧਰਿਆ ਹੈ। ਧਰਮ ਚੰਦ ਤਹਿ ਹੁਤੋ ਨਿਰਪਾਲਾ। ਉਥੋਂ ਦਾ ਜਿਹੜਾ ਭਾਈ ਰਾਜਾ ਸੀ ਉਹਦਾ ਨਾਂ ਸੀ ਧਰਮ ਚੰਦ। ਸੰਤਨ ਸੇਵਾ ਕਰਤ ਵਿਸਾਲਾ। ਉਹ ਸੰਤ ਪੁਰਸ਼ਾਂ ਦੀ ਬਹੁਤ ਸੇਵਾ ਕਰਦਾ ਹੁੰਦਾ ਸੀ। ਆਨ ਪ੍ਰਣਾਮ ਕੀਨ ਪਦ ਤਾਹੀ। ਉਸ ਨੇ ਆ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਭਾਉ ਵਿਸਾਲ ਜਾਸ ਮਨ ਮਾਹੀ। ਜਿਸ ਦੇ ਮਨ ਵਿੱਚ ਬਹੁਤ ਭਾਵਨਾ ਹੈ। ਕਹਿਣ ਲੱਗਿਓ ਮੁਝ ਸੇਵ ਬਤਾਵੋ। ਕਹਿਣ ਲੱਗਿਆ ਮਹਾਰਾਜ ਮੈਨੂੰ ਸੇਵਾ ਦੱਸੋ। ਕਹੋ ਸੋ ਕਰਹੂੰ ਨ ਬਿਲਮ ਲਗਾਵੋ। ਜੋ ਮਹਾਰਾਜ ਹੁਕਮ ਕਰੋਗੇ ਉਹੀ ਮੈਂ ਸੇਵਾ ਕਰਾਂਗਾ, ਦੇਰ ਨਹੀਂ ਲਾਵਾਂਗਾ। ਸੁਣੀਏ ਹਰੀ ਪ੍ਰੇਮ ਤੇ ਕਾਲਾ। ਐ ਬਾਬਾ ਪ੍ਰੇਮ ਸਿੰਘ ਬੇਦੀ ਜੀ ਅੱਗੇ ਸੁਣੋ। ਉਸ ਸਮੇਂ ਬਾਲਾ ਸਿੰਘ ਬਣਾਇਓ ਤਾਲਾ। ਮਹਾਰਾਜ ਨੇ ਭਾਈ ਬਾਲੇ ਨੂੰ ਸ਼ੇਰ ਬਣਾ ਦਿੱਤਾ ਤੁਰੰਤ। ਕਰਹੋ ਸੇਵ ਜੇ ਭੂਪ ਉਦਾਰਾ। ਤੇ ਮਹਾਰਾਜ ਕਹਿੰਦੇ ਧਰਮਚੰਦ ਰਾਜੇ ਭਾਈ ਜੇ ਤੂੰ ਸੇਵਾ ਕਰਨੀ ਚਾਹੁੰਦਾ ਹੈ ਪ੍ਰਿਥਮਹਿ ਦੀਜੈ ਸ਼ੇਰ ਆਹਾਰਾ। ਤਾਂ ਫਿਰ ਪਹਿਲਾਂ ਸਾਡੇ ਆ ਸ਼ੇਰ ਨੂੰ ਖੁਰਾਕ ਦੇ, ਇਹਨੂੰ ਇਹਦਾ ਆਹਾਰ ਦੇ। ਆਮਿਖ ਅਵਰ ਨ ਖਾਵਤ ਕੋ। ਪਰ ਯਾਦ ਰੱਖੇ ਮਾਸ ਖਾਂਦਾ ਸ਼ੇਰ, ਪਰ ਇਹ ਹੋਰ ਕੋਈ ਮਾਸ ਨਹੀਂ ਖਾਂਦਾ ਹੈ। ਭਾਛਤ ਰਾਜ ਪੁੱਤਰ ਹੋਇ ਜੋ। ਇਹ ਕੇਵਲ ਰਾਜੇ ਦੇ ਪੁੱਤਰ ਦਾ ਮਾਸ ਖਾਂਦਾ, ਉਹੀ ਛਕਦਾ ਹੈ। ਤੇਹ ਪਰਖਨ ਅਸ ਗੁਰੂ ਅਲਾਇਆ। ਹੁਣ ਉਸ ਦੀ ਪਰਖਣ ਕਰਨ ਵਾਸਤੇ ਹੀ, ਪ੍ਰੀਖਿਆ ਵਾਸਤੇ ਸਤਿਗੁਰਾਂ ਨੇ ਬਚਨ ਕਹੇ। ਸੁਨ ਭੂਪਤ ਨਹਿਰ ਦਾ ਡੁਲਾਇਆ। ਰਾਜੇ ਨੇ ਸੁਣ ਕੇ ਆਪਣਾ ਮਨ ਨਹੀਂ ਡੁਲਾਇਆ ਹੈ। ਕਹਿਓ ਨਕੇਤ ਪੁੱਤਰ ਹੈ ਮੇਰੇ। ਕਹਿੰਦਾ ਮਹਾਰਾਜ ਵੀ ਮੇਰੇ ਘਰ ਵਿੱਚ ਹੈ ਮੇਰਾ ਪੁੱਤਰ। ਆਇਸ ਦੇਹੋ ਆਨੋ ਬਿਨ ਦੇਰੇ। ਜੇ ਹੁਕਮ ਦੇਵੋ ਮੈਂ ਛੇਤੀ ਉਸ ਨੂੰ ਲੈ ਆਉਂਦਾ ਹਾਂ। ਇਉਂ ਕਹਿ ਪੁੱਤਰ ਮੰਗਾਏ ਪਠਾਇਆ। ਇਉਂ ਕਹਿ ਕੇ ਪੁੱਤਰ ਨੂੰ ਸੱਦਣ ਵਾਸਤੇ ਆਦਮੀ ਭੇਜ ਦਿੱਤੇ। ਤੇਹ ਸਥਾਨ ਤਤ ਛੇਨੇ ਉਹ ਆਇਆ। ਉਹ ਬਾਲਕ ਤੁਰੰਤ ਉੱਥੇ ਪਹੁੰਚ ਗਿਆ ਹੈ। ਸੰਤ ਸੇਵ ਮਹਿ ਲੱਗਹਿ ਸਰੀਰਾ। ਤੇ ਇਸ ਤਰ੍ਹਾਂ ਉਹਨੂੰ ਦੱਸਤਾ ਸਾਰੀ ਗੱਲ। ਉਹ ਵੀ ਅੱਗਿਓਂ ਇਹ ਜਿਹਾ ਕਿ ਮੇਰਾ ਜੇ ਸਰੀਰ ਕਿਸੇ ਸੰਤ ਦੀ ਸੇਵਾ ਵਿੱਚ ਲੱਗ ਜਾਵੇ। ਆਸ ਵਿਚਾਰ ਕਰ ਬੰਧੀ ਧੀਰਾ। ਐਸੀ ਮਨ ਵਿੱਚ ਵਿਚਾਰ ਕਰਕੇ ਉਸਨੇ ਧੀਰਜ ਬੰਨੀ ਹੈ।
ਸੰਤ ਸੇਵ ਮਹਿ ਤਬ ਮਨ ਰਾਤਾ, ਠਾਡੋ ਕੀਨੋ ਸ਼ੇਰ ਅਗਾਰੀ। ਉਹਨੂੰ ਸ਼ੇਰ ਦੇ ਅੱਗੇ ਖੜਾ ਕਰ ਦਿੱਤਾ। ਧੰਨ ਭੂਪ ਗੁਰ ਗਿਰਾ ਉਚਾਰੀ। ਕਹਿੰਦਾ ਲਓ ਮਹਾਰਾਜ ਹਾਜ਼ਰ ਹੈ। ਤਾਂ ਭਾਈ ਉਸ ਸਮੇਂ ਮਹਾਰਾਜ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਕਿਹਾ, ਧੰਨ ਹੈ ਭਾਈ ਰਾਜਿਆ ਤੂੰ। ਇਹ ਮਹਾਰਾਜ ਨੇ ਬਚਨ ਉਚਾਰੇ। ਸੰਤ ਸੇਵ ਮਹਿ ਤਬ ਮਨ ਰਾਤਾ। ਤੇਰਾ ਜਿਹੜਾ ਮਨ ਹੈ ਉਹ ਭਾਈ ਸੰਤੂ ਸਾਧੂਆਂ ਦੀ ਸੇਵਾ ਵਿੱਚ ਰਤਿਆ ਹੋਇਆ ਹੈ। ਸਤ ਨਾਮ ਜਪ ਅਬ ਸੁਖ ਦਾਤਾ। ਮਹਾਰਾਜ ਕਹਿੰਦੇ ਭਾਈ ਸਾਰੀ ਫਿਰ ਖੇਡ ਉਵੇਂ ਵਰਤਾਤੀ। ਵੀ ਤਾਂ ਸਾਡਾ ਸਿੱਖ ਹੈ ਭਾਈ ਬਾਲਾ, ਤਾਂ ਤੇਰੀ ਪ੍ਰੀਖਿਆ ਕਰਨੀ ਸੀ। ਤੂੰ ਸਤਨਾਮ ਸੱਚੇ ਨਾਮ ਦਾ ਜਪ ਕਰ, ਜੋ ਸੁੱਖਾਂ ਦਾ ਦਾਤਾ ਹੈ ਪਰਮੇਸ਼ਰ। ਸਤ ਸੰਗਤ ਮਹਿ ਪ੍ਰੀਤ ਤੁਮਾਰੀ। ਤੇਰੀ ਜਿਹੜੀ ਪ੍ਰੀਤੀ ਹੈ ਉਹ ਸਤ ਸੰਗ ਦੇ ਵਿੱਚ ਹੈ। ਅੰਤ ਸਮੇਂ ਗਤ ਪਾਹੇ ਸੁਖਾਰੀ। ਇਉਂ ਅੰਤ ਦੇ ਸਮੇਂ ਤੂੰ ਸੌਖੀ ਗਤ ਜਿਹੜੀ ਹੈ ਮੁਕਤੀ ਦੀ ਪ੍ਰਾਪਤੀ ਕਰ ਲਵੇਂਗਾ। ਕਿਤਕ ਦਿਵਸ ਤਹਿ ਰਹਿ ਜਗਤੇਸਾ। ਕੁਝ ਕੁ ਦਿਨ ਜਗਤੀਸ਼ਵਰ ਜੀ ਉੱਥੇ ਰਹਿ ਕਰ। ਹਰ ਕੀਰਤ ਕੇ ਦੀਏ ਉਪਦੇਸ਼ਾ। ਵਾਹਿਗੁਰੂ ਜੀ ਦੀ ਕੀਰਤੀ ਕਰਨ ਦਾ ਉਪਦੇਸ਼ ਦਿੱਤਾ ਹੈ। ਅਪਰ ਥਾਨ ਕੀਏ ਗਮਨ ਗੁਸਾਈ। ਫਿਰ ਹੋਰ ਮਹਾਰਾਜ ਨੇ ਸਥਾਨ ਤੇ ਚੱਲਣਾ ਕੀਤਾ ਹੈ। ਹਰ ਵਰਖ ਖੰਡ ਹੁਤੋ ਤੇ ਥਾਈ। ਫਿਰ ਅੱਗੇ ਇੱਕ ਖੰਡ ਜਿਹਦਾ ਨਾਂ ਹਰ ਵਰਖ ਹੈ, ਉਸ ਜਗ੍ਹਾ ਤੇ ਪਹੁੰਚ ਗਏ। ਨਿਕਟ ਨਗਰ ਕੇ ਬੈਠੇ ਜਬ ਹੀ। ਜਦੋਂ ਨਗਰ ਦੇ ਨੇੜੇ ਬੈਠੇ ਹਨ, ਤੇਹ ਕੋ ਭੂਪਤ ਆਇਓ ਤਬ ਹੀ। ਉਥੋਂ ਦਾ ਵੀ ਰਾਜਾ ਉਸ ਸਮੇਂ ਪਹੁੰਚਿਆ। ਹਾਥ ਬੰਦ ਬਹੁ ਬੇਨਤੀ ਕਰਕੇ। ਹੱਥ ਜੋੜ ਕੇ ਬਹੁਤ ਬੇਨਤੀਆਂ ਕੀਤੀਆਂ। ਰਹਿਓ ਚਰਨ ਪਰ ਨਿਜ ਸਿਰ ਧਰ ਕੇ। ਗੁਰੂ ਸਾਹਿਬ ਦੇ ਚਰਨਾਂ ਤੇ ਸੀਸ ਰੱਖਿਆ। ਹੋਇ ਅਧੀਨ ਜਬ ਰਹਿਓ ਅਗਾਰੀ। ਜਦੋਂ ਮਹਾਰਾਜ ਦੇ ਅੱਗੇ ਅਧੀਨਗੀ ਵਿੱਚ ਹੋ ਗਿਆ, ਤਬ ਸ੍ਰੀ ਸਤਿਗੁਰ ਗਿਰਾ ਉਚਾਰੀ। ਤਦ ਭਾਈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਗਿਰਾ ਦਾ ਭਾਵ ਹੈ ਬਾਣੀ, ਬਚਨ ਉਚਾਰੇ ਹਨ। ਜੋ ਪਦਾਰਥ ਮਨ ਅਭਿਲਾਖੋ। ਕਹਿੰਦੇ ਭਾਈ ਜੋ ਵੀ ਤੂੰ ਪਦਾਰਥ ਮਨ ਵਿੱਚ ਤੇਰੇ ਕੋਈ ਇੱਛਾ ਹੈ, ਸੋ ਲੀਜੈ ਨਿਜ ਮੁਖ ਤੇ ਭਾਖੋ। ਉਹ ਲੈ ਲੈ ਆਪਣੇ ਮੁਖ ਤੋਂ। ਤੂੰ ਕਹਿ ਸਤਿਗੁਰ ਕੀ ਸਿੱਖੀ ਔਰ ਧਾਰੋ। ਇਉਂ ਸਤਿਗੁਰੂ ਦੀ ਸਿੱਖੀ ਨੂੰ ਤੂੰ ਔਰ ਧਾਰੋ, ਭਾਵ ਅਨੁਸਾਰੀ ਹੋ ਜਾ। ਆਪਣੇ ਹਿਰਦੇ ਵਿੱਚ ਵਸਾ ਲੈ, ਸਿੱਖੀ ਧਾਰਨ ਕਰ ਲੈ। ਜਨਮ ਮਰਨ ਕੇ ਬੰਧ ਨਿਵਾਰੋ। ਜੰਮਣ ਮਰਨ ਦੇ ਜਿਹੜੇ ਬੰਧਨ ਹਨ, ਇਹਨਾਂ ਨੂੰ ਨਿਰਵਿਰਤ ਕਰ ਲੈ, ਦੂਰ ਕਰ ਲੈ। ਸੁਨ ਬਾਣੀ ਆਪਣੇ ਅਨੁਕੂਲਾ। ਹੁਣ ਆਪਣੇ ਅਨੁਸਾਰੀ ਬਚਨ ਸੁਣ ਕੇ, ਅਨੁਕੂਲ ਬਚਨ ਸੁਣ ਕੇ, ਭਾਵ ਆਪਣੇ ਭਲੇ ਦੇ ਬਚਨ ਸੁਣ ਕਰਕੇ, ਕਹੈ ਭੂਪ ਤੁਮ ਮੰਗਲ ਮੂਲਾ। ਰਾਜਾ ਕਹਿਣ ਲੱਗਿਆ ਕਿ ਮਹਾਰਾਜ ਜੀ ਤੁਸੀਂ ਤਾਂ ਮੰਗਲ ਦੇ ਮੂਲ ਹੋ। ਮੂਲ ਦਾ ਭਾਵ ਮੁੱਢ ਹੋ। ਸੁਨੋ ਸੰਤ ਜੀ ਸਭ ਸੁਖਦਾਈ। ਕਹਿਣ ਲੱਗਿਆ, ਹੈ ਸੰਤ ਜੀ ਬੇਨਤੀ ਸੁਣੋ, ਸਾਰਾ ਕੁਝ ਸੁਖਦਾਈ ਹੈ, ਪਦਾਰਥ ਸਭ ਹਨ। ਹਿਤ ਸੰਤਤ ਬਹੁ ਕੀਏ ਉਪਾਈ। ਪਰ ਮੇਰੇ ਸੰਤਾਨ ਨਹੀਂ ਹੈ, ਬਹੁਤ ਮੈਂ ਉਪਾਅ ਯਤਨ ਕੀਤੇ ਹਨ। ਕਿਸ ਪ੍ਰਕਾਰ ਅਭਿਲਾਖ ਨ ਪੂਰੀ। ਪਰ ਕਿਸੇ ਵੀ ਤਰ੍ਹਾਂ ਮਹਾਰਾਜ ਮੇਰੀ ਇੱਛਾ ਨਹੀਂ ਪੂਰੀ ਹੋਈ ਹੈ। ਕਰ ਉਪਚਾਰ ਰਹੀ ਪੁਨ ਊਰੀ। ਮੈਂ ਬਹੁਤ ਉਪਚਾਰ ਕੀਤੇ, ਯਤਨ ਕੀਤੇ। ਜੋ ਧਰਮ ਕਰਮ ਕਿਸੇ ਨੇ ਕਿਹਾ
ਉਹ ਸਭ ਕੀਤੇ ਪਰ ਸਾਰੇ ਊਣੇ ਰਹੇ, ਕੋਈ ਪੂਰਾ ਨਹੀਂ ਹੋਇਆ। ਹੇ ਸਤਿਗੁਰ ਅਬ ਦੇਹੋ ਉਪਦੇਸ਼ਾ, ਹੇ ਸਤਿਗੁਰੂ ਜੀ ਹੁਣ ਉਪਦੇਸ਼ ਦੇਵੋ। ਜਨਮ ਮਰਨ ਕਾ ਕਟੋ ਸੰਦੇਸ਼ਾ, ਜਨਮ ਮਰਨ ਦਾ ਮਹਾਰਾਜ ਜਿਹੜਾ ਸੰਦੇਸ਼ਾ ਹੈ, ਸ਼ੰਕਾ ਹੈ, ਤੌਖਲਾ ਹੈ, ਕਿਰਪਾ ਕਰਕੇ ਕੱਟ ਦੇਵੋ। ਅਸ ਬਚ ਨਿਰਪ ਸੁਨ ਕਰ ਜਗਨਾਥਾ, ਇਸ ਤਰ੍ਹਾਂ ਦੇ ਬੇਨਤੀ ਬਚਨ ਰਾਜੇ ਦੇ ਸੁਣ ਕਰਕੇ ਜਗਤ ਮਾਲਕ ਦਏ ਲੌਂਗ ਦਵੈ ਤਾਂ ਕੇ ਹਾਥਾ, ਉਹਦੇ ਹੱਥ ਵਿੱਚ 2 ਲੌਂਗ ਮਹਾਰਾਜ ਜੀ ਨੇ ਉਹਦੀ ਹਥੇਲੀ ਤੇ ਧਰੇ ਹਨ। ਏਕ ਲਾਇਚੀ ਦੇਤ ਹੈ ਪਾਨੇ, ਤੇ ਇੱਕ ਮਹਾਰਾਜ ਨੇ ਇਲਾਇਚੀ ਉਹਦੇ ਹੱਥਾਂ ਵਿੱਚ ਦਿੱਤੀ। ਕਹਿਓ ਦਿਓ ਰਾਣੀ ਕੋ ਖਾਨੇ, ਮਹਾਰਾਜ ਕਹਿੰਦੇ ਚੰਗਾ ਆਪਣੀ ਰਾਣੀ ਨੂੰ ਆ ਛਕਣ ਵਾਸਤੇ ਦੇ ਦੀ। ਹੋਇਆ ਹੈ ਸੰਤਤ ਸਦਨ ਤੁਮਾਰੇ, ਤੇਰੇ ਘਰ ਦੇ ਵਿੱਚ ਹੁਣ ਸੰਤਾਨ ਹੋਵੇਗੀ। ਸਤ ਨਾਮ ਜਪ ਸੰਜ ਸਕਾਰੇ, ਸਵੇਰੇ ਤੇ ਸ਼ਾਮ ਵਾਹਿਗੁਰੂ ਪਰਮੇਸ਼ਰ ਦਾ ਤੂੰ ਭਾਈ ਨਾਮ ਜਪੀ। ਸਤ ਸੰਗਤ ਕਰ ਕੀਰਤਨ ਸੁਨਿਓ, ਸਤ ਸੰਗ ਕਰਿਆ ਕਰ, ਵਾਹਿਗੁਰੂ ਪਰਮੇਸ਼ਰ ਦਾ ਕੀਰਤਨ ਮਹਿਮਾ ਵਡਿਆਈ ਸਰਵਣ ਕਰਨੀ। ਵਿਸੇ ਬਾਸ਼ਨਾ ਮਨ ਤੇ ਹਨੀ, ਜਿਹੜਾ ਵਿਸ਼ੇ ਵਿਕਾਰ ਹੈ ਮਨ ਤੋਂ ਦੂਰ ਕਰ ਦੇਣੇ। ਕਿਤਕ ਦਿਵਸ ਤਹਿ ਰਾਖਿਓ ਡੇਰਾ, ਕੁਝ ਕੁ ਦਿਨ ਮਹਾਰਾਜ ਨੇ ਫਿਰ ਉੱਥੇ ਟਿਕਾਣਾ ਰੱਖਿਆ। ਧਰਮਸਾਲ ਬਨਵਾਏ ਵਡੇਰਾ, ਇੱਕ ਵੱਡੀ ਧਰਮਸਾਲ ਉੱਥੇ ਬਣਵਾਈ ਹੈ। ਸਿੱਖੀ ਮਗ ਪ੍ਰਗਟਾਏ ਕਨੇਰਾ, ਔਰ ਸਿੱਖੀ ਦਾ ਜਿਹੜਾ ਮਾਰਗ ਹੈ ਬਹੁਤ ਪ੍ਰਗਟ ਕੀਤਾ। ਚਲਤ ਭਏ ਸਤਿਗੁਰ ਤਿਸ ਬੇਰਾ, ਉਸ ਵੇਲੇ ਫਿਰ ਮਹਾਰਾਜ ਇੱਥੋਂ ਅੱਗੇ ਚੱਲ ਪਏ ਹਨ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ, ਇੱਥੇ ਤੱਕ ਭਾਈ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਪ੍ਰਥਮ ਮਹੱਲੇ, ਪਹਿਲੇ ਮਹੱਲੇ ਦੇ ਖੰਡਨ ਪ੍ਰਸੰਗ ਵਰਣਨ, ਭਾਵ ਖੰਡਾਂ ਦਾ ਇਹ ਪ੍ਰਸੰਗ ਵਰਣਨ ਕੀਤਾ ਹੈ। ਨਾਮ 44ਵਾਂ ਮੰਦਰ ਹੈ। ਇਹ ਪ੍ਰਸੰਗ ਜਿਹੜਾ 44ਵਾਂ ਘਰ ਹੈ। ਦੋਹਰਾ ਸ੍ਰੀ ਗੁਰੂ ਨਾਨਕ ਰੂਪ ਸਤ, ਦੇਤ ਸਤ ਉਪਦੇਸ਼। ਮੰਗਲ ਕਰਦੇ ਨੇ 45ਵੇਂ ਘਰ ਦੇ ਪ੍ਰਸੰਗ ਦੇ ਆਰੰਭ ਵਿੱਚ। ਸੰਤ ਰੇਣ ਜੀ ਕਹਿੰਦੇ ਗੁਰਮੁਖੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਤ ਦਾ ਰੂਪ ਨੇ, ਭਾਵ ਪਰਮੇਸ਼ਰ ਦਾ ਰੂਪ ਹਨ, ਔਰ ਸਤ ਦਾ ਹੀ ਉਪਦੇਸ਼ ਦਿੰਦੇ ਨੇ। ਜੋ ਸਿਮਰੈ ਮਨ ਸੁਧ ਹੋਇ, ਮਿਟਹਿ ਸਗਲ ਕਲੇਸ਼। ਜਿਹੜਾ ਕੋਈ ਪਰਮੇਸ਼ਰ ਦਾ ਨਾਮ ਸਿਮਰਦਾ ਹੈ, ਮਨ ਤਾਂ ਸ਼ੁੱਧ ਹੋ ਜਾਂਦਾ ਹੈ, ਔਰ ਮਨ ਦੇ ਅੰਦਰ ਜਿੰਨੇ ਕਲੇਸ਼ ਹਨ ਉਹ ਸਾਰੇ ਮਿਟ ਜਾਂਦੇ ਹਨ। ਚੌਪਈ ਤਿੰਨ ਤੇ ਹੋਇ ਕਰ ਬਿਦਾ ਬਹੋਰੰ, ਉਥੋਂ ਫਿਰ ਮਹਾਰਾਜ ਵਿਦਾ ਹੋ ਕਰਕੇ ਫਿਰ ਗੇ ਕੁਰਖੰਡ ਹੁਤੋ ਜੇ ਠੌਰੰ। ਫਿਰ ਮਹਾਰਾਜ ਅਗਲੇ ਖੰਡ ਕੁਰਖੰਡ ਦੇ ਵਿੱਚ, ਜਿਸ ਜਗ੍ਹਾ ਕੁਰਖੰਡ ਹੈ ਉੱਥੇ ਪਹੁੰਚੇ ਹਨ। ਤਹਾਂ ਨਗਰ ਕੇ ਜਾਏ ਸਮੀਪਾ, ਉੱਥੇ ਨਗਰ ਦੇ ਕੋਲ ਜਾ ਕਰ ਬੈਠ ਗਏ ਬੇਦੀ ਕੁਲ ਦੀਪਾ। ਬੇਦੀ ਕੁਲ ਦੇ ਦੀਪਕ ਮਹਾਰਾਜ ਉੱਥੇ ਬੈਠ ਗਏ। ਇਹ ਹੁਣ ਸ਼ਬਦ ਸੰਤ ਰੇਣ ਜੀ ਵਰਤਦੇ ਨੇ, ਭਾਈ ਸੰਤੋਖ ਸਿੰਘ ਜੀ ਨੇ ਵੀ ਵਰਤਿਆ। ਬੇਦੀ ਕੁਲ ਦੀਪਾ, ਕੁਲ ਦਾ ਦੀਵਾ, ਜਿਵੇਂ ਗੁਰਮੁਖੋ ਹਨੇਰਾ ਹੋਵੇ ਤੇ ਦੀਵਾ ਜਗਾ ਦਈਏ, ਚਾਨਣ ਹੋ ਜਾਂਦਾ ਨਾ। ਪਹਿਲੇ ਹੁਣ ਚਾਨਣ ਦਾ ਰਾਤਰੀ ਦੇ ਸਮੇਂ ਸਾਧਨ ਦੀਵੇ ਹੀ ਹੁੰਦੇ ਸੀ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਪ੍ਰਕਾਸ਼ ਹੋਇਆ, ਭਾਵ ਮਹਾਰਾਜ ਦਾ ਅਵਤਾਰ ਹੋਇਆ,
ਤੇ ਬੇਦੀ ਕੁੱਲ ਦੇ ਵਿੱਚ ਮਹਾਰਾਜ ਨੇ ਪ੍ਰਕਾਸ਼ ਕਰਤਾ। ਵਰਨਾ ਕੌਣ ਜਾਣਦਾ ਸੀ ਪਹਿਲਾਂ ਬੇਦੀ ਕੁੱਲ ਵੀ ਕੋਈ ਕੁੱਲ ਹੈ? ਪਤਾ ਸੀ ਕਿਸੇ ਨੂੰ ਦੁਨੀਆ 'ਚ? ਇਹ ਮਹਾਰਾਜ ਦਾ ਅਵਤਾਰ ਹੋਇਆ ਤੇ ਪਤਾ ਲੱਗਿਆ ਬੇਦੀ ਵੀ ਕੁੱਲ ਹੈ। ਸਤਿਗੁਰੂ ਪਾਤਸ਼ਾਹ ਨੂੰ ਇਸ ਕਰਕੇ ਕਿਹਾ ਬੇਦੀ ਕੁੱਲ ਦੀਪਾ। ਮਹਾਰਾਜ ਉੱਥੇ ਬੈਠ ਗਏ। ਬਹੁਤ ਲੋਕ ਮਿਲ ਕਰ ਤਬ ਆਏ, ਬਹੁਤ ਲੋਕ ਇਕੱਠੇ ਹੋ ਕੇ ਪਹੁੰਚੇ। ਵੈਸੇ ਪਾਸ ਆਨ ਤੇ ਥਾਏ, ਉਸ ਜਗ੍ਹਾ ਤੇ ਆ ਕੇ ਮਹਾਰਾਜ ਦੇ ਕੋਲ ਬੈਠ ਗਏ। ਤਿਨ ਤੇ ਸਤਿਗੁਰ ਬੂਝਨ ਠਾਨਾ। ਗੁਰੂ ਸਾਹਿਬ ਨੇ ਉਹਨਾਂ ਤੋਂ ਪੁੱਛਣਾ ਕੀਤਾ, ਤੁਮਨੇ ਮਤ ਕਿਸ ਵਿਦ ਕਾ ਮਾਨਾ। ਮਹਾਰਾਜ ਕਹਿੰਦੇ ਭਾਈ ਤੁਸੀਂ ਕਿਸ ਤਰ੍ਹਾਂ ਦਾ ਮਤ ਧਰਮ ਮੰਨਿਆ ਹੈ? ਬੋਲੇ ਤਿਨ ਮਹਿ ਹੁਤੇ ਜੇ ਸਿਆਣੇ। ਜਿਹੜੇ ਫਿਰ ਉਹਨਾਂ ਵਿੱਚ ਸਿਆਣੇ ਪੁਰਸ਼ ਸਨ ਉਹ ਕਹਿਣ ਲੱਗੇ, ਇਸ ਵਿਦ ਗਿਆਨ ਹਿਰਦੈ ਹਮ ਜਾਣੇ। ਕਹਿੰਦੇ ਜੀ ਅਸੀਂ ਤਾਂ ਇਸ ਤਰ੍ਹਾਂ ਦਾ ਗਿਆਨ ਆਪਣੇ ਮਨ ਹਿਰਦੇ ਵਿੱਚ ਜਾਣਿਆ, ਈਸ਼ਰ ਤੇ ਵਿਛਰਹਿ ਜਬ ਜਨਮ ਹੈ, ਕਿ ਜਦੋਂ ਜਨਮ ਹੋਇਆ ਉਦੋਂ ਅਸੀਂ ਈਸ਼ਵਰ ਤੋਂ ਵਿਛੜ ਗਏ। ਸਾਨੂੰ ਤਾਂ ਇੰਨਾ ਕੁ ਗਿਆਨ ਹੈ, ਮਰੇ ਮਿਲੈ ਈਸ਼ਰ ਕੇ ਤਨ ਮਹਿ, ਤੇ ਜਿੱਦੇ ਮਰ ਗਏ ਉਹਦੇ ਈਸ਼ਵਰ ਦੇ ਵਿੱਚ ਮਿਲ ਜਾਵਾਂਗੇ। ਜਨਮੇ ਤੇ ਜਗ ਪਾਵੈ ਦੁੱਖ ਕੋ। ਅਸੀਂ ਤਾਂ ਇਹੀ ਗਿਆਨ ਸਮਝਦੇ ਹਾਂ ਕਿ ਜਿੱਦੇ ਜਨਮ ਹੋਇਆ, ਜਨਮ ਤੋਂ ਸੰਸਾਰ ਦੇ ਦੁੱਖ ਸ਼ੁਰੂ ਹੋ ਗਏ। ਮਰੈ ਮਿਲੈ ਈਸ਼ਰ ਲਹਿ ਸੁਖ ਕੋ, ਤੇ ਜਿੱਦੇ ਮਰ ਗਏ ਉਹਦੇ ਈਸ਼ਰ ਪ੍ਰਮਾਤਮਾ ਨੂੰ ਮਿਲ ਜਾਵਾਂਗੇ, ਸੁਖ ਪ੍ਰਾਪਤ ਹੋ ਜਾਏਗਾ। ਜਨਮੇ ਰੋਵੈ ਮਰੈ ਹਸਾਨੇ। ਇਸ ਕਰਕੇ ਕਹਿੰਦੇ ਸਾਡੇ ਰੀਤੀ ਰਿਵਾਜ ਹੈ ਕਿ ਜਦੋਂ ਜਨਮ ਹੁੰਦਾ ਉਦੋਂ ਰੋਂਦੇ ਆ, ਤੇ ਜਦੋਂ ਕੋਈ ਮਰ ਜਾਂਦਾ ਉਦੋਂ ਹੱਸਦੇ ਹਾਂ। ਸ੍ਰੀ ਸਤਿਗੁਰ ਸੁਨ ਬੈਨ ਬਖਾਨੇ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੁਣ ਕੇ ਬਚਨ ਕਹੇ। ਹੁਣ ਆਪਾਂ ਦੇਖੋ ਇਤਿਹਾਸ ਪੜ੍ਹਦੇ ਹਾਂ ਵੀ ਦੁਨੀਆ ਕਿਤੇ ਇੱਕ ਰੰਗੀ ਨਹੀਂ ਹੈ, ਬਹੁਤ ਰੰਗਾਂ ਰੰਗਾਂ ਦੀ ਦੁਨੀਆ। ਜਨਮ ਤੋਂ ਖੁਸ਼ੀਆਂ ਮਨਾਈਆਂ ਜਾਂਦੀਆਂ, ਮੌਤ ਤੋਂ ਦੁੱਖ। ਇਹੋ ਜਿਹੇ ਵੀ ਇਲਾਕੇ ਨੇ, ਇਹੋ ਜਿਹੀ ਵੀ ਦੁਨੀਆ ਸੀ ਜਿੱਥੇ ਜਨਮ ਹੁੰਦਾ ਸੀ ਰੋਂਦੇ ਸੀ, ਮਰੇ ਤੋਂ ਹੱਸਦੇ ਸੀ। ਆਪਾਂ ਨੂੰ ਹੱਥ ਕਥਨੀ ਲੱਗਦੀ ਹੈ ਗੱਲ ਇਹ, ਪਰ ਇਹ ਸੰਸਾਰ ਦੇ ਵਿੱਚ, ਕਿਉਂਕਿ ਆਪਾਂ ਤਾਂ ਹੁਣ ਥੋੜੇ ਜਿਹੀ ਦੁਨੀਆ ਦੇਖੀ ਹੈ ਨਾ, ਜਦੋਂ ਕਿਤੇ ਸੰਸਾਰ 'ਚ ਆਪਾਂ ਝਾਤੀ ਮਾਰਦੇ ਹਾਂ, ਦੇਸ਼ ਵਿਦੇਸ਼ ਧਰਮ ਜਗਤ ਦੀਆਂ ਕੋਈ ਇੱਕ ਮਨੌਤ ਨਹੀਂ ਹੈ। ਕਿਤਨੇ ਧਰਮ ਨੇ, ਫਿਰ ਧਰਮਾਂ ਦੇ ਅੰਦਰ ਸਥਾਨਕ ਮਨੌਤਾਂ। ਸਿੱਖੀ ਧਰਮ ਵਿੱਚ ਹੀ ਤੁਸੀਂ ਲਾ ਲਓ, ਜਿਵੇਂ ਬਹੁਤ ਵਾਰੀ ਇਸ ਗੱਲ ਦਾ ਝਗੜਾ ਹੁੰਦਾ ਜੀ, ਮਰਿਆਦਾ ਆ ਹੈ। ਉਹ ਇੱਕ ਹੁੰਦੀ ਹੈ ਪੰਥਕ ਮਰਿਆਦਾ, ਸਮੁੱਚੇ ਪੰਥ ਦੀ ਮਰਿਆਦਾ, ਜੋ ਉਹ ਇੱਕ ਹੀ ਹੁੰਦੀ ਹੈ। ਪਰ ਬਾਕੀ ਸਥਾਨਕ ਰੀਤਾਂ ਹੁੰਦੀਆਂ ਨੇ। 20-30 ਕਿਲੋਮੀਟਰ 50 ਕਿਲੋਮੀਟਰ ਚਲੇ ਜਾਓ, ਬੋਲੀ ਬਦਲ ਜਾਂਦੀ ਹੈ, ਰੀਤਾਂ ਬਦਲ ਜਾਂਦੀਆਂ। ਉਹ ਕੁੱਲ ਰੀਤਾਂ ਜਿਹੜੀਆਂ ਧਰਮ ਨਾਲ ਮਿਲੀਆਂ ਹੁੰਦੀਆਂ ਨੇ। ਕਿਉਂਕਿ ਜਿੱਥੇ ਵੀ ਤੁਸੀਂ ਜਾਓ ਨਾ, ਨਰੋਲ ਹੁਣ ਮਹਾਰਾਜ ਨੇ ਵੀ ਜਦੋਂ ਕੋਈ ਕਾਰਜ ਕੀਤੇ, ਧਰਮ ਰੀਤ ਵੀ ਤੇ ਕੁੱਲ ਰੀਤ ਵੀ। ਇਸ ਤਰ੍ਹਾਂ ਕੁੱਲ ਰੀਤਾਂ ਹੁੰਦੀਆਂ ਤੇ ਬਾਕੀ ਜਿਹੜੀਆਂ ਨੇ ਧਰਮ ਰੀਤੀ ਹੁੰਦੀ ਹੈ। ਉਹ ਹੁਣ ਜੇ ਅਸੀਂ ਕੁੱਲ ਰੀਤ ਨੂੰ ਵੀ ਧਰਮ ਰੀਤ ਸਮਝ ਕੇ ਫਿਰ ਉੱਥੇ ਜਾ ਕੇ ਵਿਵਾਦ ਪੈਦਾ ਹੋ ਜਾਂਦੇ ਆ। ਇਹ ਜੀ ਫਲਾਨੀ ਜਗ੍ਹਾ ਕਰਦੇ ਤਾਂ ਸਿੱਖੀ 'ਚ ਨਹੀਂ। ਉਹ ਅਸਲ ਵਿੱਚ ਉਹਨੂੰ ਕੁੱਲ ਰੀਤ ਨੂੰ ਧਰਮ ਰੀਤ ਨਹੀਂ ਸਮਝਣਾ ਹੈ। ਧਰਮ ਰੀਤੀ ਇੱਕ ਹੈ ਜਿਹੜੀ ਜਿਹਨੂੰ ਆਪਾਂ ਪੰਥਕ ਮਰਿਆਦਾ ਕਹਿੰਦੇ। ਇੱਕ ਕੁੱਲ ਰੀਤਾਂ ਹੁੰਦੀਆਂ ਸੰਸਾਰ ਦੀਆਂ, ਕੋਈ ਕਿਤੇ ਕਿਵੇਂ ਕੁਛ ਕਰਦਾ। ਹੁਣ ਆਮ ਹੀ ਤੁਸੀਂ ਦੇਖੋ ਸੰਸਕਾਰ ਦੇ ਸਮੇਂ ਆਪਾਂ ਵੇਖਦੇ ਹਾਂ 20-30 ਕਿਲੋਮੀਟਰ ਚਲੇ ਜਾਓ, ਉੱਥੇ ਕੁਛ ਹੋਰ ਤਰੀਕੇ ਜੇ ਵਰਤਦੇ ਆ, ਹੋਰ ਇੱਧਰ ਉੱਧਰ ਨੂੰ ਹੋ ਜੋ ਕੁਛ ਹੋਰ ਕਰਦੇ। ਉਹ ਹੌਲੀ ਹੌਲੀ ਫਿਰ ਜਦ ਜਿਉਂ-ਜਿਉਂ ਪੀੜ੍ਹੀ ਦਰ ਪੀੜ੍ਹੀ ਤਾਂ ਉਹਦੇ ਵਿੱਚ ਤਬਦੀਲੀਆਂ ਆਉਂਦੀਆਂ ਜਾਂਦੀਆਂ। ਆਪਾਂ ਇੱਥੇ ਵੇਖਦੇ ਰਹੇ ਹਾਂ, ਪਹਿਲਾਂ ਕਿੰਨਾ ਗੁਨਾਹ ਘੜਾ ਭੰਦੇ ਹੁੰਦੇ ਸੀ, ਆਮ ਹੀ ਪਏ ਹੁੰਦੇ ਸੀਗੇ। ਜਦੋਂ ਕੋਈ ਪ੍ਰਾਣੀ ਦਾ ਚੜਾਈ ਹੋਣਾ, ਹੋਰ
ਤੇ ਫਿਰ ਸਮਾਂ ਬਦਲ ਗਿਆ, ਉਹ ਹਟ ਗਏ। ਫਿਰ ਉਹ ਕਿੱਲੀਆਂ ਜਾਂ ਗੜਦੇ, ਦੇਖ ਲਓ, ਧਾਗੇ ਲਪੇਟਣੇ, ਕਿੰਨਾ ਕੁਛ ਕਰਨਾ, ਉਹ ਵੀ ਹਟ ਗਏ ਹੁਣ ਹੌਲੀ ਹੌਲੀ। ਤੇ ਇਸ ਤਰ੍ਹਾਂ ਜਿਉਂ-ਜਿਉਂ ਪੀੜ੍ਹੀ ਬਦਲਦੀ ਹੈ ਨਾ, ਉਹ ਰੀਤ ਦੇ ਵਿੱਚ ਤਬਦੀਲੀ, ਉਹਨੂੰ ਕੋਈ ਧਰਮ ਨਹੀਂ ਹੈ ਕਿ ਕੋਈ ਧਾਗੇ ਕਿੱਲੀਆਂ ਜਾਂ ਕੋਈ, ਇਹ ਕੋਈ ਧਰਮ ਰੀਤੀ ਨਹੀਂ ਹੈ। ਰਹੋ ਵਿਚਾਰ। ਗੁਰੂ ਪਾਤਸ਼ਾਹ ਮਹਾਰਾਜ ਜਿੱਥੇ ਪਹੁੰਚੇ ਨੇ, ਜਨਮੇ ਰੋਵੈ ਮਰੈ ਹਸਾਨੇ, ਜਨਮ ਤੋਂ ਰੋਂਦੇ ਐ ਮਰੇ ਤੋਂ ਹੱਸਦੇ ਐ, ਸ੍ਰੀ ਸਤਿਗੁਰ ਸੁਨ ਬੈਨ ਬਖਾਨੇ। ਜਦੋਂ ਉਹਨਾਂ ਦੱਸਿਆ, ਗੁਰੂ ਸਾਹਿਬ ਜੀ ਸੁਣ ਕਰਕੇ ਬਚਨ ਕਹੇ ਦੋਹਰਾ, ਪਰਮੇਸ਼ਰ ਕੋ ਮਿਲਨ ਜੋ ਮਹਾ ਬਿਖਮ ਪਹਿਚਾਨ। ਮਹਾਰਾਜ ਕਹਿੰਦੇ ਭਾਈ, ਇਉਂ ਮਰੇ ਮਰਨ ਨਾਲ ਹੀ ਜੇ ਰੱਬ ਮਿਲਦਾ, ਫਿਰ ਤਾਂ ਧਰਮ ਦਾ ਮਤਲਬ ਹੀ ਕੋਈ ਨਹੀਂ ਹੈ। ਫਿਰ ਤਾਂ ਜਦੇ ਮਰਾਂਗੇ ਰੱਬ ਮਿਲ ਜੂ। ਸਾਹਿਬ ਪਾਤਸ਼ਾਹ ਕਹਿੰਦੇ ਪਰਮੇਸ਼ਰ ਕੋ ਮਿਲਣ ਜੋ, ਭਾਈ ਜੋ ਪਰਮੇਸ਼ਰ ਦਾ ਮਿਲਾਪ ਹੈ, ਮਹਾ ਬਿਖਮ ਪਹਿਚਾਨ, ਇਹਨੂੰ ਬਹੁਤ ਕਠਿਨ ਪਹਿਚਾਨ ਲੋ ਤੁਸੀਂ, ਸੌਖਾ ਨਹੀਂ। ਬਿਨ ਸਤ ਸੰਗਤ ਭਜਨ ਤੇ ਜਾਨ ਉਪਾਵ ਨ ਆਨ। ਬਿਨਾਂ ਸਤ ਸੰਗ ਤੇ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਹੋਰ ਕੋਈ ਵੀ ਉਪਾਅ ਨਹੀਂ ਜਿਹੜਾ ਤੁਹਾਨੂੰ ਵਾਹਿਗੁਰੂ ਨਾਲ ਮਿਲਾ ਦੇ। ਸ਼ਾਇਦ ਕੱਲ ਹੀ ਆਪਾਂ ਉਹ ਸ਼ਬਦ ਵਿਚਾਰਿਆ ਸੀ ਨਾਲ ਸੰਖੇਪ। ਗੁਰੂ ਪਾਤਸ਼ਾਹ ਪੰਜਵੇਂ ਪਾਤਸ਼ਾਹ ਜੀ ਦਾ ਪਾਠ ਪੜ੍ਹਿਓ ਔਰ ਵੇਦ ਵਿਚਾਰੋ, ਉਹਦੇ ਵਿੱਚ ਸਾਰਾ ਕੁਝ ਦੱਸਿਆ ਨਾ। ਤੇ ਫਿਰ ਮਹਾਰਾਜ ਨੇ ਆਖਰੀ ਪਦੇ ਵਿੱਚ ਕਿਹਾ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਤੋ ਸਤਿਗੁਰੂ ਪਾਤਸ਼ਾਹ ਇੱਥੇ ਕਹਿ ਰਹੇ ਨੇ, ਭਾਈ ਬਿਨਾਂ ਸਤਸੰਗ ਔਰ ਪਰਮੇਸ਼ਰ ਦੇ ਭਜਨ ਤੋਂ ਹੋਰ ਕੋਈ ਦੂਜਾ ਉਪਾਅ ਨਹੀਂ ਹੈ ਉਸ ਨੂੰ ਮਿਲਣ ਦਾ। ਚੌਪਈ ਪ੍ਰੇਮ ਭਗਤ ਕਰ ਕੀਰਤ ਗਾਵਨ, ਪ੍ਰੇਮਾ ਭਗਤੀ ਕਰਕੇ ਵਾਹਿਗੁਰੂ ਦੀ ਕੀਰਤੀ ਗਾਉਣੀ। ਅਜਪਾ ਜਪ ਨਾਮ ਲਿਵ ਲਾਵਨ, ਅਜਪਾ ਜਾਪ ਨਾਮ ਦੇ ਵਿੱਚ ਸੁਰਤੀ ਲਿਵ ਲਾਉਣੀ। ਵਿਛੜਨ ਮਿਲਣ ਅਪਰ ਕੋ ਨਾਹੀ, ਹੁਣ ਵਿਛੜਨਾ ਤੇ ਮਿਲਣਾ ਹੋਰ ਕੋਈ ਨਹੀਂ ਹੈ। ਸਰਬ ਬਾਤ ਇਸ ਤਨ ਕੇ ਮਾਹੀ, ਮਹਾਰਾਜ ਕਹਿੰਦੇ ਸਾਰੀ ਗੱਲ ਆ ਸਰੀਰ ਦੇ ਅੰਦਰ ਹੈ। ਜਬ ਸਤ ਸੰਗਤ ਭਇਓ ਨਿਵਾਸਾ, ਜਦੋਂ ਇਹ ਜਾਣ ਲੋ ਕਿ ਸਤਸੰਗ ਵਿੱਚ ਜੀਵ ਦਾ ਵਾਸਾ ਹੋ ਗਿਆ। ਮਨ ਰੋਕਨ ਕੀਨੋ ਅਭਿਆਸਾ, ਸਤਸੰਗ ਕਰਦਿਆਂ ਅਭਿਆਸ ਕਰਨਾ ਮਨ ਦੀ ਹਾਜ਼ਰੀ, ਮਨ ਨੂੰ ਫੁਰਨੇ ਇਧਰ ਉਧਰ ਸੰਕਲਪਾਂ ਵਿਕਲਪਾਂ ਵੱਲੋਂ ਰੋਕਣ ਦਾ ਅਭਿਆਸ। ਨਾਸ ਬਾਸਨਾ ਤਬ ਹੀ ਭਈ, ਤਦ ਫਿਰ ਇਉਂ ਸਤਸੰਗ ਕਰਦਿਆਂ ਬਾਸ਼ਨਾਵਾਂ ਦਾ ਨਾਸ਼ ਹੋ ਜਾਂਦਾ ਹੈ। ਦੁਐਤ ਸਰਬ ਔਰ ਤੇ ਮਿਟ ਗਈ, ਸਾਰੀ ਹਿਰਦੇ ਚੋਂ ਜਿਹੜੀ ਦੁਐਤ ਹੈ ਉਹ ਮਿਟ ਜਾਂਦੀ ਹੈ। ਪੂਰਨ ਲਖਿਓ ਪਰਪੰਚ ਸਾਰੇ, ਆ ਸਾਰੇ ਪਰਪੰਚ ਦੇ ਵਿੱਚ ਫਿਰ ਪੂਰਨ ਬ੍ਰਹਮ ਨੂੰ ਜਾਣ ਲਿਆ। ਮਿਥਿਆ ਸਰਬ ਪਰਪੰਚ ਪਸਾਰੇ, ਇਹ ਵੀ ਜਾਣ ਲਿਆ ਕਿ ਆ ਸਾਰਾ ਜਿੰਨਾ ਪਰਪੰਚ ਹੈ ਪਸਾਰਾ ਇਹ ਮਿਥਿਆ ਹੈ। ਜਬ ਹੈ ਆਤਮਾ ਅਸ ਭ੍ਰਮ ਭੰਨਾ, ਜਦੋਂ ਭਾਈ ਇਸ ਤਰ੍ਹਾਂ ਆਤਮਾ ਜਿਹੜਾ ਹੈ ਆਤਮੇ ਦੀ ਆ ਗਈ ਕਿ ਅਸੀਂ ਆਤਮਾ ਸਰੂਪ ਆ, ਤੇ ਜਿਹੜਾ ਭਰਮ ਹੈ ਉਹ ਭੰਨਿਆ ਗਿਆ। ਭਰਮ ਕੀ ਜਿਹੜਾ ਆਪਾਂ ਮੰਨੀ ਬੈਠੇ ਮੈਂ ਸਰੀਰ ਹੈ, ਉਸ ਸਮੇਂ ਭਾ ਪਰਮਾਤਮਾ ਸੁੱਧ ਚੇਤਨਾ, ਤਾਂ ਫਿਰ ਭਾਈ ਜਿਹੜਾ ਸੁੱਧ ਚੇਤਨ ਵਾਹਿਗੁਰੂ ਪਵਿੱਤਰ ਜੋ ਗੁਰਮੁਖੋ ਚੇਤਨ ਹੈ, ਉਹ ਅਕਾਲ ਪੁਰਖ ਪਰਮਾਤਮਾ ਜੋ ਹੈ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ। ਜਬ ਅਨਾਤਮਾ ਦੇਹ ਪਛਾਨੀ, ਜਦੋਂ ਇਹ ਜਾਣ ਲਿਆ ਕਿ ਜਿਹੜੀ ਇਹ ਦੇਹੀ ਹੈ ਅਨਾਤਮਾ, ਇਹ ਆਤਮਾ ਤੋਂ ਬਿਨਾਂ ਬਾਕੀ ਦੇਹੀ ਜਿਹੜੀ ਹੈ ਇਹ ਜਾਣ ਲਿਆ ਨਾਸ਼ਵੰਤ ਹੈ।
ਗੇ ਸੰਕਲਪ ਵਿਕਲਪ ਹੈ ਹਾਨੀ। ਉਸ ਸਮੇਂ ਜਿਹੜੇ ਸੰਕਲਪ ਤੇ ਵਿਕਲਪ ਹਨ, ਉਹ ਸੰਕਲਪ ਕਹਿੰਦੇ ਨੇ ਫੁਰਨਿਆਂ ਨੂੰ ਅੰਦਰ ਨੂੰ ਲੈ ਕੇ ਆਉਣਾ, ਵਿਕਲਪ ਕਹਿੰਦੇ ਨੇ ਫੁਰਨੇ ਬਾਹਰ ਨੂੰ ਲੈ ਕੇ ਜਾਣੇ। ਜਿਵੇਂ ਕੁਝ ਆਪਾਂ ਮਨ ਕਰਕੇ ਗ੍ਰਹਿਣ ਕਰਦੇ ਆਂ ਤੇ ਕੁਝ ਮਨ ਕਰਕੇ ਆਏ ਬਾਹਰ ਨੂੰ ਫੁਰਨੇ ਜਿਹੜੇ ਆਉਣ ਤੇ ਜਾਣ ਦੀ ਇੱਕ ਖੇਡ, ਇਹਨੂੰ ਕਿਹਾ ਜਾਂਦਾ ਸੰਕਲਪ ਵਿਕਲਪ। ਤੇ ਜਦੋਂ ਇਸ ਤਰ੍ਹਾਂ ਦੇ ਸੰਕਲਪ ਵਿਕਲਪ ਜਿਹੜੇ ਹਨ, ਮਹਾਰਾਜ ਕਹਿੰਦੇ ਫਿਰ ਇਹਨਾਂ ਦੀ ਹਾਨੀ, ਇਹਨਾਂ ਦਾ ਨਾਸ਼ ਹੋ ਜਾਂਦਾ ਹੈ। ਤਉ ਮਿਲਬੋ ਈਸ਼ਰ ਕੋ ਹੋਏ। ਫੇਰ ਭਾਈ ਪਰਮੇਸ਼ਰ ਦਾ ਮਿਲਾਪ ਹੁੰਦਾ, ਫੇਰ ਉਹਨੂੰ ਮਿਲਣਾ ਹੁੰਦਾ ਹੈ। ਨਾਤਰ ਵਿਛਰ ਰਹਿਓ ਸਭ ਕੋਏ। ਨਹੀਂ ਤਾਂ ਇਸ ਤੋਂ ਬਿਨਾਂ ਬਾਕੀ ਜਿੰਨੇ ਜਾਣ ਲੋ ਕਿ ਸਭ ਪਰਮੇਸ਼ਰ ਤੋਂ ਵਿਛੜੇ ਹੋਏ ਹਨ। ਗਿਆਨ ਪ੍ਰਾਪਤ ਜਿਸ ਮਨ ਮਾਹੀ। ਜਿਸ ਦੇ ਮਨ ਵਿੱਚ ਇਸ ਗੱਲ ਦੇ ਗਿਆਨ ਦੀ ਪ੍ਰਾਪਤੀ ਹੈ, ਵਿਛਰਨ ਮਿਲਣ ਸੋ ਜਾਣਤ ਨਾਹੀ। ਜਾਂ ਇਹ ਜਿਹੜਾ ਤੁਸੀਂ ਗਿਆਨ ਪ੍ਰਾਪਤ ਕਰੀ ਫਿਰਦੇ ਹੋ, ਜਿਹਦੇ ਭਾਈ ਅੰਦਰ ਗਿਆਨ ਹੈ, ਉਹਨੂੰ ਪਤਾ ਹੈ। ਜੋ ਗਿਆਨ ਤੋਂ ਹੀਣਾ ਹੈ, ਉਹ ਕਹਿੰਦੇ ਵਿਛਰਨ ਮਿਲਣ ਸੋ ਜਾਣ। ਉਹ ਵਿਛੋੜਾ ਕੀ ਹੁੰਦਾ, ਮਿਲਾਪ ਕੀ ਹੈ, ਉਹ ਨਹੀਂ ਜਾਣਦਾ ਹੈ। ਪਰਮਾਤਮ ਪੂਰਨ ਹੈ ਸਾਰੇ। ਪਰਮੇਸ਼ਰ ਸਾਰੇ ਪਰਿਪੂਰਨ ਹੈ। ਵਿਛੜੇ ਤੋ ਕਤ ਨਾਹਿ ਨਿਹਾਰੇ। ਤੇ ਜਿਹੜਾ ਹੁਣ ਵਿਛੜਿਆ ਹੋਇਆ ਹੈ, ਉਹ ਨਹੀਂ ਕਿਤੇ ਵੀ ਰੱਬ ਨੂੰ ਵੇਖਦਾ। ਉਹ ਕੀ ਵੇਖੇਗਾ? ਜੇ ਵਿਛੜੋ ਤਬ ਮਿਲਣਾ ਹੋਏ। ਮਿਲਾਪ ਵੀ ਫੇਰ ਹੀ ਹੋ ਜਿੰਨਾ ਸਮਾਂ ਵਿਛੋੜੇ ਦੀ ਸਮਝ ਨਹੀਂ। ਜਿਹਨੂੰ ਹਜੇ ਤੱਕ ਇਹੀ ਗਿਆਨ ਨਹੀਂ ਹੋਇਆ ਮੈਂ ਵਿਛੜਿਆ ਹੋਇਆ, ਉਹ ਮਿਲੂ ਕਿਵੇਂ? ਅਜੇ ਤਾਂ ਸਾਨੂੰ ਗੁਰਮੁਖ ਕੋਈ ਗਿਆਨ ਨਹੀਂ ਹੈ ਕਿ ਅਸੀਂ ਰੱਬ ਤੋਂ ਵਿਛੜੇ ਹੋਏ ਹਾਂ। ਇਹ ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ ਫਰੀਦਾ। ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਨਿਸ਼ਾਨ। ਵਿਛੋੜਾ ਭਾਵ ਵੀ ਤਾਂ ਪੈਦਾ ਹੁੰਦਾ ਨਾ। ਜਿਵੇਂ ਜਦੋਂ ਡਾਕਟਰ ਅੱਖਾਂ ਦਾ ਆਪਰੇਸ਼ਨ ਕਰਦੇ ਤੇ ਆਪਰੇਸ਼ਨ ਤੋਂ ਬਾਅਦ ਉਹ ਪੱਟੀ ਖੋਲਦੇ ਆ, ਤੇ ਜਿਹੜਾ ਕੋਈ ਉਹ ਕਹਿੰਦੇ ਕੁਛ ਦਿਸਿਆ, ਹਨੇਰੇ 'ਚ ਖੋਲਦੇ ਨੇ, ਕੋਈ ਦਿਸਿਆ, ਤੇ ਜੇ ਉਹ ਕਹਿੰਦਾ ਵੀ ਮੈਨੂੰ ਤਾਂ ਜੀ ਹਨੇਰਾ ਹੀ ਦਿੰਦਾ, ਫਿਰ ਉਹ ਸਮਝਦੇ ਨੇ ਇਹਦਾ ਆਪਰੇਸ਼ਨ ਸਫਲ ਹੈ, ਕਿਉਂਕਿ ਦਿਸਣ ਤਾਂ ਲੱਗਿਆ। ਇੱਕ ਅੰਧਾ ਪੁਰਸ਼, ਉਹ ਤੇ ਜਿਹੜਾ ਕਿਸੇ ਅੱਧੇ ਨੂੰ ਜਿਹੜੇ ਜਨਮ ਤੋਂ ਅੰਨਾ ਹੈ ਨਾ, ਉਹ ਦੱਸਦੇ, ਉਹ ਕਹਿੰਦੇ ਸਾਨੂੰ ਤੇ ਇਹ ਵੀ ਨਹੀਂ ਪਤਾ ਹਨੇਰਾ ਕੀ ਹੁੰਦਾ। ਸਾਨੂੰ ਹਨੇਰੇ ਦਾ ਵੀ ਗਿਆਨ ਨਹੀਂ ਹੈ, ਚਾਨਣ ਦਾ ਗਿਆਨ ਕਿਆ ਹੋਣਾ। ਇਸ ਕਰਕੇ ਉਹ ਜਦੋਂ ਮਰੀਜ਼ ਕਹਿੰਦਾ ਜੀ ਮੈਨੂੰ ਹਨੇਰਾ ਦਿੰਦਾ, ਫਿਰ ਡਾਕਟਰ ਕਹਿੰਦਾ ਠੀਕ ਹੈ, ਜਿਹਨੂੰ ਹਨੇਰਾ ਦਿਸਿਆ ਉਹਨਾਂ ਨੂੰ ਚਾਨਣ ਵੀ ਦਿਸ ਪਊ। ਇਸੇ ਤਰ੍ਹਾਂ ਜਿਹਨੂੰ ਇਹੀ ਗਿਆਨ ਨਹੀਂ ਮੈਂ ਵਿਛੜਿਆ ਹੋਇਆ, ਉਹ ਮਿਲ ਨਹੀਂ ਸਕਦਾ। ਜੇ ਵਿਛੜੋ ਤਬ ਮਿਲਣਾ ਹੋਏ। ਜੇ ਵਿਛੋੜ ਹੈ ਥੇ ਫੇਰ ਹੀ ਮਿਲਾਪ ਹੋਵੇਗਾ। ਨਾਤਰ ਮਿਥਿਆ ਕਹਿਨੇ ਦੋਏ। ਨਹੀਂ ਤਾਂ ਗਿਆਨ ਨਹੀਂ ਹੈ ਵਿਛੋੜੇ ਦਾ, ਤਾਂ ਫਿਰ ਮਹਾਰਾਜ ਕਹਿੰਦੇ ਦੋਵੇਂ ਗੱਲਾਂ ਮਿਥਿਆ ਹੀ ਨੇ। ਐਵੇਂ ਮਿਲਣਾ ਵਿਛੜਨਾ ਤੁਹਾਡਾ ਜਿਹੜਾ ਕਹਿਣਾ ਹੈ, ਇਹ ਐਵੇਂ ਮਿਥਿਆ ਹੈ। ਵਿਆਪਕ ਦਿਸੈ ਜਿਵ ਆਕਾਸ਼ਾ। ਜਿਵੇਂ ਹੁਣ ਇਹ ਮਿਥਿਆ ਕੀ ਪਤਾ ਲੱਗਦਾ, ਮਿਥਿਆ ਦਾ ਕਿਆ ਪਤਾ ਲੱਗੇਗਾ ਆਪਾਂ ਨੂੰ? ਜਿਵੇਂ ਆਪਾਂ ਆਕਾਸ਼ ਵੱਲ ਝਾਤੀ ਮਾਰੋ, ਸਾਰੇ ਵਿਆਪਕ ਦਿੰਦਾ, ਜਿਹਨੂੰ ਆਪਾਂ ਆਕਾਸ਼ ਕਹਿੰਦੇ ਆ। ਆਮ ਰੱਬ ਵੀ ਕਹਿੰਦੇ ਵੀ ਨੀਲਾ ਆਕਾਸ਼ ਸਾਰੇ ਵਿਆਪਕ ਦਿਸਦਾ ਹੈ। ਘਟ ਉਪਾਦ ਵਤ ਮਾਇਆ ਭਾਸਾ। ਇਸੇ ਤਰ੍ਹਾਂ ਜੋ ਬ੍ਰਹਮ ਹੈ ਉਹ ਸਾਰੇ ਵਿਆਪਕ ਹੈ, ਪਰ ਇੱਕ ਘਟ ਉਪਾਧੀ ਹੁੰਦੀ ਹੈ ਜਦੋਂ ਮਾਇਆ ਪੈ ਜਾਂਦੀ ਹੈ। ਮਾਇਆ ਪੈ ਗਈ, ਉਹਦਾ ਭਾਵ ਦਿੱਤਾ। ਘਟ ਉਪਾਧੀ ਕੀ ਹੈ? ਪਾਣੀ ਘੜੇ 'ਚ ਭਰ ਕੇ ਰੱਖਤਾ ਵਿਹੜੇ ਵਿੱਚ। ਆਕਾਸ਼ ਤਾਂ ਕਿੱਡਾ ਵਿਆਪਕ ਹੈ, ਲੇਕਿਨ ਉਹ ਘੜੇ ਦੇ ਵਿੱਚ ਦਿੰਦਾ, ਉਸ ਪਾਣੀ ਵਿੱਚ। ਤਾਂ ਉਹ ਕੀ ਹੈ? ਉਹ ਘਟ ਉਪਾਧੀ ਹੁੰਦੀ ਹੈ, ਉਹ ਮਾਇਆ ਹੈ। ਉਹਦੇ ਵਿੱਚ ਤਾਂ ਹੈ ਨਹੀਂ ਆਕਾਸ਼,
ਲੇਕਿਨ ਸਾਨੂੰ ਉਹ ਕਿੰਨਾ ਵੱਡਾ ਵਿਆਪਕ ਆਕਾਸ਼ ਉਸ ਘੜੇ 'ਚ ਦਿਸ ਰਿਹਾ ਹੈ। ਇਸੇ ਤਰ੍ਹਾਂ ਜੋ ਸੁੱਖ ਤੇ ਆਨੰਦ ਹੈ ਇਹ ਬ੍ਰਹਮ ਵਿੱਚ ਨੇ, ਲੇਕਿਨ ਮਾਇਆ ਉਪਾਧੀ ਕਰਕੇ ਆ ਘਟ ਉਪਾਧੀ ਹੈ ਮਾਇਆ ਦੀ, ਮਾਇਆ ਪਈ ਹੋਈ ਹੈ, ਸਾਨੂੰ ਸੰਸਾਰ ਦੇ ਵਿੱਚ ਸੁੱਖ 'ਚ ਆਨੰਦ ਦਿਸ ਰਿਹਾ ਹੈ। ਪਰ ਜਦੋਂ ਗਿਆਨ ਕਰਾਉਂਦਾ ਹੈ ਕੋਈ, ਹੁਣ ਉਹ ਕਹਿੰਦਾ ਇੱਕ ਘੜੇ 'ਚ ਹੈ ਆਕਾਸ਼, ਇੱਕ ਕੋਲ ਖੜਾ ਉਹਨੇ ਡੰਡਾ ਮਾਰਿਆ, ਘੜਾ ਭੰਤਾ, ਪਾਣੀ ਡੁੱਲ ਗਿਆ, ਉਹ ਕਹਿੰਦਾ ਦੱਸ ਕਿੱਥੇ ਇੱਥੇ। ਤਾਂ ਉਹ ਮਾਇਆ ਸੀ ਨਾ, ਗੁਰੂ ਕਿਰਪਾ ਕਰਦਾ ਗਿਆਨ ਦਾ ਡੰਡਾ ਮਾਰ ਕੇ ਮਾਇਆ ਜਿਹੜੀ ਹੈ ਘਟ ਉਪਾਧੀ ਉਹ ਤੋੜ ਦਿੰਦਾ ਹੈ, ਸਾਨੂੰ ਦੱਸ ਦਿੰਦਾ ਉਹ ਭਲਿਆ ਇਹ ਸੰਸਾਰ ਤਾਂ ਮਿੱਥਿਆ ਹੈ। ਜਦੋਂ ਅੰਤਰਾਤਮ ਇਸ ਗੱਲ ਦਾ ਗਿਆਨ ਹੋ ਗਿਆ ਸੰਸਾਰ ਮਿੱਥਿਆ, ਤਾਂ ਫਿਰ ਵਿਆਪਕ ਬ੍ਰਹਮ ਵੱਲ ਸੁਰਤੀ ਜਾਂਦੀ ਹੈ। ਤੋ ਇਹ ਤਾਂ ਬਹੁਤ ਬਰੀਕੀ ਦੀਆਂ ਬਾਤਾਂ, ਚਲੋ ਗੁਰਮੁਖਾਂ ਨੇ ਜਿਵੇਂ ਇਹ ਆਪਾਂ ਨੂੰ ਉਪਦੇਸ਼ਿਆ, ਇਹ ਵਿੱਚ ਆ ਜਾਂਦੀ ਹੈ ਗੱਲ, ਜਿਹੜੇ ਅੱਗੇ ਦੀ ਅੱਗੇ ਪਾਉਂਦੀ ਹੈ ਉਹ ਸਮਝ ਜਾਂਦੇ, ਗੱਲ ਤਾਂ ਸੌਖੀ ਸਮਝ ਆ ਜਾਂਦੀ। ਮਹਾਰਾਜ ਉਪਦੇਸ਼ ਦਿੰਦੇ ਨੇ, ਜੇ ਵਿਛੜੋ ਤਬ ਮਿਲਣਾ ਹੋਏ, ਨਾਤਰ ਮਿਥਿਆ ਕਹਿਣੇ ਦੋਏ, ਨਹੀਂ ਤਾਂ ਦੋਵੇਂ ਕਹਿਣੇ ਮਿਥਿਆ ਹਨ। ਵਿਆਪਕ ਦੀਸੈ ਜਿਵ ਆਕਾਸ਼ਾ, ਘਟ ਉਪਾਦ ਵਤ ਮਾਇਆ ਪਾਸਾ। ਇਹ ਜਿਵੇਂ ਆਕਾਸ਼ ਵਿਆਪਕ ਦੀਂਦਾ, ਇਹ ਘਟ ਉਪਾਧੀ ਹੈ, ਮਾਇਆ ਦੁਆਰਾ ਸਾਨੂੰ ਘਟ ਘੜੇ ਦੇ ਵਿੱਚ ਘੜੇ ਦੀ ਉਪਾਧੀ ਕਰਕੇ ਉਹ ਆਕਾਸ਼ ਇੱਕ ਵੱਖਰਾ ਹੀ ਪ੍ਰਤੀਤ ਹੋ ਰਿਹਾ ਹੈ। ਦੋ ਹੋਰਾ ਘਟ ਫੂਟੇ ਆਕਾਸ਼ ਸਭ, ਤਿਉ ਮਾਇਆ ਹੋਇ ਹਾਨ। ਜਦੋਂ ਘੜਾ ਫੁੱਟ ਜਾਂਦਾ ਹੈ, ਆਕਾਸ਼ ਤਾਂ ਨਹੀਂ ਖਤਮ ਹੁੰਦਾ, ਉਹ ਤਾਂ ਉਸੇ ਤਰ੍ਹਾਂ ਵਿਆਪਕ ਹੈ। ਤਿਉ ਉਹ ਜਾਣੋ ਭਾਈ, ਜਦੋਂ ਮਾਇਆ ਦੀ ਹਾਨੀ ਹੋ ਜਾਂਦੀ ਹੈ, ਬ੍ਰਹਮ ਉਸੇ ਤਰ੍ਹਾਂ ਵਿਆਪਕ ਹੈ। ਰੋਬਨ ਹਸਨ ਤੁਮਾਰ ਜੋ, ਸਰਬ ਅਕਾਰਥ ਜਾਨ। ਮਹਾਰਾਜ ਕਹਿੰਦੇ ਕੋਈ ਜੰਮਣ ਤੇ ਹੱਸਦਾ, ਮਰੇ ਤੇ ਰੋਂਦਾ, ਤੁਸੀਂ ਮਰੇ ਤੋਂ ਹੱਸਦੇ ਹੋ, ਜੰਮੇ ਤੋਂ ਰੋਂਦੇ ਹੋ, ਗੱਲ ਦੋਨੇ ਇੱਕੋ ਹੀ ਆ। ਰੋਣਾ ਤੇ ਹੱਸਣਾ ਜਿਹੜਾ ਤੁਹਾਡਾ ਉਹ ਸੰਸਾਰੀ ਮਿਥਿਆ ਦੇ ਵਿੱਚ ਹੀ ਹੈ, ਇਹ ਜਾਣੋ ਸਭ ਵਿਅਰਥ ਹੈ। ਚੌਪਈ ਹੈ ਅਧੀਨ ਵਾਸਨਾ ਨਰ ਸਭ। ਮਹਾਰਾਜ ਕਹਿੰਦੇ ਜਿੰਨੇ ਵੀ ਭਾਈ ਪੁਰਸ਼ ਮਾਈ ਭਾਈ ਵਾਸਨਾ ਦੇ ਅਧੀਨ ਹੋ ਕਰਕੇ, ਇਹਾਂ ਜਨਮ ਧਰਤ ਪੁਨ ਪੁਨ ਤਬ। ਇੱਥੇ ਫਿਰ ਬਾਰ-ਬਾਰ ਜਨਮ ਲੈਂਦੇ ਆ ਧਰਤੀ ਤੇ, ਜਨਮ ਮਰਨ ਬਹੁਤੋ ਦੁੱਖ ਪਾਵੇ। ਤੇ ਜਨਮ ਮਰਨ ਦਾ ਬਹੁਤ ਵੱਡਾ ਦੁੱਖ ਪਾਉਂਦੇ ਹਨ। ਬਾਰ-ਬਾਰ ਆਵੇ ਜਗ ਜਾਵੇ, ਬਾਰ-ਬਾਰ ਜਗਤ ਤੇ ਆਉਂਦੇ ਤੇ ਜਾਂਦੇ ਹਨ। ਗੁਰ ਕੇ ਬਾਕ ਸੁਨੇ ਅਸ ਜਬ ਹੀ। ਗੁਰੂ ਸਾਹਿਬ ਦੇ ਇਸ ਤਰ੍ਹਾਂ ਦੇ ਜਦੋਂ ਬਚਨ ਸੁਣੇ, ਹਿਰਦੈ ਵਿਚਾਰ ਕੀਓ ਨਰ ਸਭ ਹੀ। ਸਾਰੇ ਲੋਕਾਂ ਨੇ ਹਿਰਦੇ ਵਿੱਚ ਵਿਚਾਰ ਕੀਤੀ। ਸਤ ਬਚਨ ਇਨ ਸੰਤ ਬਖਾਨੇ। ਇਹਨਾਂ ਸੰਤਾਂ ਨੇ ਭਾਈ ਸੱਚੇ ਬਚਨ ਕਹੇ ਹੈ। ਮਤ ਹਮਾਰਾ ਮਿਥਿਆ ਪਹਿਚਾਨੇ। ਇਹ ਪਹਿਚਾਨ ਲਿਆ ਵੀ ਜਿਹੜਾ ਅਸੀਂ ਮਤ ਬਣਾਈ ਬੈਠੇ ਆ ਇਹ ਮਿਥਿਆ ਝੂਠਾ ਹੈ। ਬਿਨਾ ਸੰਦੇਹ ਭਏ ਜਬ ਸੁਣ ਕੇ। ਜਦੋਂ ਗੁਰੂ ਕੇ ਬਚਨ ਸੁਣ ਕੇ ਬਿਨਾ ਸੰਸ਼ੇ ਤੋਂ ਹੋ ਗਏ। ਬੰਧਨ ਕਰਤ ਭਏ ਗੁਰ ਗੁਣ ਕੈ। ਵਿਚਾਰ ਕਰਕੇ ਫਿਰ ਭਾਈ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੂੰ ਬੰਦਨਾ ਕਰਨ ਲੱਗ ਪਏ। ਬਿਨੈ ਕਰਤ ਭੇ ਬਾਰੰਬਾਰੀ। ਬਾਰ-ਬਾਰ ਬੇਨਤੀ ਕਰਦੇ ਹਨ, ਹਮਰੀ ਗਤ ਕੀਜੈ ਗਤਕਾਰੀ। ਹੇ ਮੁਕਤੀ ਕਰਨ ਵਾਲੇ ਸਤਿਗੁਰੂ, ਸਾਡੀ ਮੁਕਤੀ ਕਲਿਆਣਤਾ ਕਰੋ। ਨਿਜ ਉਪਦੇਸ਼ ਦੀਜੀਏ ਹਮਕੋ। ਸਾਨੂੰ ਆਪਣਾ ਉਪਦੇਸ਼ ਦੇਵੋ। ਸ਼ਰਨ ਪਰੇ ਕੀ ਲੱਜਾ ਤੁਮਕੋ। ਅਸੀਂ ਹੁਣ ਤੁਹਾਡੀ ਸ਼ਰਨ ਪੈ ਗਏ, ਸਿੱਖ ਬਣਾਓ। ਸ਼ਰਨ ਪਿਆਂ ਦੀ ਤੁਹਾਨੂੰ ਹੀ ਲੱਜਾ ਹੈ। ਸੁਨ ਅਧੀਨਤਾ ਤਿਨ ਜਗਤੇਸਾ। ਜਗਤ ਈਸ਼ਵਰ ਨੇ ਉਹਨਾਂ ਦੀ ਨਿਮਰਤਾ ਅਧੀਨਤਾ ਸੁਣ ਕੇ ਦੇਤ ਭਏ ਆਪਨ ਉਪਦੇਸ਼ਾ। ਆਪਣਾ ਉਪਦੇਸ਼ ਬਖਸ਼ਿਸ਼ ਕਰਨ ਲੱਗੇ। ਸਤ ਨਾਮ ਸਿਮਰੋ ਲਿਵ ਲਾਵੋ।
ਭਾਈ ਲਿਵ ਲਾ ਕੇ ਪਰਮੇਸ਼ਰ ਦਾ ਨਾਮ ਸਿਮਰੋ, ਤਹਿ ਤੇ ਸਗਰੀ ਇੱਛ ਪੁਜਾਵੋ। ਉਹਦੇ ਨਾਲ ਹੀ ਸਾਰੀਆਂ ਇੱਛਾਂ ਪੂਰੀਆਂ ਕਰ ਲਓ। ਹੁਕਮ ਸਤ ਮਾਨੋ ਕਰਤਾਰਾ, ਪਰਮੇਸ਼ਰ ਦੇ ਹੁਕਮ ਨੂੰ ਸਤ ਕਰਕੇ ਮੰਨੋ। ਮਰਨ ਜੀਵਨ ਜਾਨੋ ਇੱਕ ਸਾਰਾ, ਮਰਨਾ ਤੇ ਜੰਮਣਾ ਇੱਕ ਮਰਾਸ ਇੱਕ ਬਰਾਬਰ ਜਾਣੋ। ਹਰਖ ਸੋਗ ਤੇ ਮਨ ਥਿਰ ਕੀਜੈ, ਮਨ ਨੂੰ ਹਰਖ ਸੋ ਖੁਸ਼ੀ ਗਮੀ ਤੋਂ ਟਿਕਾ ਕੇ ਭਾਵਿਕ ਸਥਿਰ ਰੱਖੋ। ਬਿਨ ਸੰਸੈ ਤਬ ਮੁਕਤ ਹੋਵੀਜੈ, ਤਾਂ ਭਾਈ ਬਿਨਾਂ ਕਿਸੇ ਸੰਸ਼ੇ ਤੋਂ ਜਾਣ ਲਓ ਤੁਸੀਂ ਮੁਕਤ ਹੋ ਜਾਵੋਗੇ। ਅਸ ਉਪਦੇਸ਼ ਸੁਨਿਓ ਸਿੱਖ ਭਏ, ਐਸਾ ਉਪਦੇਸ਼ ਸੁਣ ਕੇ ਉਹ ਸਿੱਖ ਬਣ ਗਏ। ਸ੍ਰੀ ਨਾਨਕ ਮਹਿ ਨਿਸ਼ਚੇ ਕਏ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿੱਚ ਨਿਸ਼ਚਾ ਧਾਰਿਆ ਹੈ। ਸਤ ਸੰਗਤ ਹੋਵਨ ਤਹਿ ਲਾਗੀ, ਉਥੇ ਫਿਰ ਸਤਸੰਗ ਹੋਣ ਲੱਗ ਪਈ। ਹਰ ਕੀਰਤ ਗਾਵਹਿ ਵਡ ਭਾਗੀ, ਉਹ ਵੱਡੇ ਭਾਗਾਂ ਵਾਲੇ ਵਾਹਿਗੁਰੂ ਜੀ ਦੀ ਕੀਰਤੀ ਗਾਉਂਦੇ ਹਨ। ਸੇਵਾ ਸੰਤਨ ਕੀ ਸਭ ਕਰਹੀ, ਸਾਰੇ ਹੁਣ ਸਾਧੂ ਸੰਤਾਂ ਦੀ ਸੇਵਾ ਕਰਦੇ ਨੇ। ਧਰ ਸ਼ਰਧਾ ਹਰ ਨਾਮ ਸਿਮਰਹੀ, ਔਰ ਸ਼ਰਧਾ ਧਾਰ ਕੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਿਮਰਦੇ ਹਨ। ਦੋਹਰਾ ਕਿਤਕ ਦਿਵਸ ਸ੍ਰੀ ਗੁਰ ਰਹੇ, ਦੀਨੋ ਧਰਮ ਦ੍ਰਿੜਾਏ। ਕੁਝ ਦਿਨ ਮਹਾਰਾਜ ਉੱਥੇ ਰਹੇ ਤੇ ਉਹਨਾਂ ਨੂੰ ਭਾਈ ਸਤਿਗੁਰਾਂ ਨੇ ਧਰਮ ਦ੍ਰਿੜ ਕਰਵਾਇਆ ਹੈ। ਵਿਦਾ ਹੋਏ ਪੁਨ ਤਿਨਹੋ ਤੇ ਕੇਤ ਮਾਲ ਖੰਡ ਜਾਏ। ਉਥੋਂ ਫਿਰ ਵਿਦਾ ਹੋ ਕੇ ਸਤਿਗੁਰੂ ਜੀ ਕੇਤ ਮਾਲ ਖੰਡ ਪਹੁੰਚੇ ਹਨ। ਚੌਪਈ ਭੂਪ ਪ੍ਰਜਾ ਤਹਿ ਕੇ ਨਰ ਸਾਰੇ, ਉਥੋਂ ਦਾ ਰਾਜਾ ਕੀ ਪ੍ਰਜਾ ਕੀ ਸਾਰੇ ਲੋਕ। ਪੂਜੈ ਸ੍ਰੀ ਚੰਡੀ ਹਿਤ ਧਾਰੇ, ਉਹ ਭਾਈ ਸੁਹਾਏ ਮਨ ਚੰਡੀ ਨੂੰ ਪ੍ਰੇਮ ਧਾਰ ਕੇ ਪੂਜਦੇ ਸਨ। ਮੇਲਾ ਹੁਤੋ ਵਿਸਾਲ ਸੁਤਹਿਵਾ, ਉਹ ਚੰਡੀ ਦਾ ਬਹੁਤ ਵੱਡਾ ਇੱਕ ਮੇਲਾ ਲਾਉਂਦੇ ਸੀ। ਭਵਨ ਕਾਲਕਾ ਰਾਜਤ ਜਹਿਵਾ, ਤੇ ਇਉਂ ਕਾਲਕਾ ਚੰਡੀ ਜਿਹੜੀ ਹੈ ਉਹ ਇੱਕ ਮੰਦਰ ਬਣਾਇਆ ਸੋਭਦੀ ਸੀ। ਵੈਸੇ ਸ੍ਰੀ ਗੁਰ ਮਾਰਗ ਮਾਹੀ, ਤੇ ਉਸ ਰਸਤੇ ਮਹਾਰਾਜ ਬੈਠ ਗਏ। ਨਰ ਅਨੇਕ ਆਵਹਿ ਇੱਕ ਜਾਹੀ, ਤੇ ਲੋਕੀ ਉਥੋਂ ਦੀ ਕਾਰਿਆ ਕੋਈ ਇੱਕ ਜਾ ਰਿਹਾ ਹੈ। ਲੈ ਲੈ ਬਲ ਪਸ਼ ਭੇਟ ਚੜਾਵੇ, ਤੇ ਉਹ ਪਸ਼ੂ ਲੈ ਕੇ ਜਾਂਦੇ ਨੇ ਤੇ ਲਿਜਾ ਕੇ ਬਲੀਆਂ ਦਿੰਦੇ ਭੇਟਾ ਚੜਾਉਂਦੇ ਹਨ। ਬਹੁਤ ਪ੍ਰੇਮ ਤੇ ਸੀਸ ਝੁਕਾਵੇ, ਜਾ ਕੇ ਉਹ ਕਾਲਕਾਂ ਨੂੰ ਬਹੁਤ ਪ੍ਰੇਮ ਨਾਲ ਸਿਰ ਝੁਕਾਉਂਦੇ ਐ। ਜਵੈ ਨਿਰਖਤ ਲੈ ਆਇਓ ਟੋਲਾ, ਤੇ ਜਦੋਂ ਦੇਖਿਆ ਕਿ ਇੱਕ ਬਹੁਤ ਵੱਡਾ ਟੋਲਾ ਆ ਰਿਹਾ ਹੈ। ਗੁਰਹਿ ਬਿਲੋਕਤ ਮੁਖ ਤੇ ਬੋਲਾ, ਉਹਨਾਂ ਨੇ ਵੇਖਿਆ ਕਿ ਗੁਰੂ ਮਹਾਰਾਜ ਨੂੰ ਵੇਖ ਕੇ ਮੁਖੋਂ ਕਹਿੰਦੇ ਐ। ਅਪਰਦੇਸ ਕੇ ਮਨ ਜਦ ਸਾਵਹਿ, ਕਹਿੰਦੇ ਵੀ ਆਪਣੇ ਦੇਸ਼ ਦੇ ਤਾਂ ਹੈ ਨਹੀਂ, ਇਹ ਤਾਂ ਕਿਸੇ ਹੋਰ ਦੇਸ਼ ਦੇ ਮਨੁੱਖ ਦੀਂਦੇ। ਇੱਕ ਗਹਿ ਲੇਵਹਿ ਭੇਟ ਚੜਾਵਹਿ, ਦੇਵੀ ਖੁਸ਼ ਹੋ ਜੂ ਆਪਾਂ ਕਰੀ ਇਹਨਾਂ ਚੋਂ ਇੱਕ ਜਾਣਾ ਫੜੀਏ, ਇਹਨਾਂ ਦਾ ਹੀ ਭੇਟਾ ਚੜਾ ਦਈਏ। ਸੁਣੀਏ ਸਰੋਤਾ ਕਥਾ ਰਸਾਲਾ, ਸੰਤ ਰੇਣ ਪ੍ਰੇਮ ਸਿੰਘ ਜੀ ਕਹਿੰਦੇ ਹੈ ਸਰੋਤਿਓ ਭਾਈ ਰਸਦਾਇਕ ਕਥਾ ਸਰਵਣ ਕਰੋ। ਬਾਲਾ ਗਹਿ ਲੀਨੋ ਤਹਿ ਕਾਲਾ, ਉਹਨਾਂ ਨੇ ਉਸ ਸਮੇਂ ਭਾਈ ਬਾਲੇ ਨੂੰ ਪਕੜ ਲਿਆ। ਬਹੁ ਹਰ ਖਾਏ ਵਜਾਵੇ ਢੋਲੂ, ਤੇ ਬੜੇ ਖੁਸ਼ ਹੋ ਕੇ ਢੋਲ ਵਜਾਉਂਦੇ ਐ। ਬਾਲਾ ਲਾਇਓ ਅਗਰਜ ਟੋਲੂ, ਉਹ ਟੋਲੇ ਨੇ ਭਾਈ ਬਾਲੇ ਨੂੰ ਅੱਗੇ ਲਾ ਲਿਆ। ਕਹੈ ਭੇਟ ਭਲੀ ਹਮ ਪਾਈ, ਕਹਿੰਦੇ ਵੀ ਅੱਜ ਬਹੁਤ ਚੰਗੀ ਆਪਾਂ ਨੂੰ ਭੇਟ ਦੇਣ ਨੂੰ ਮਨੁੱਖ ਹੀ ਮਿਲ ਗਿਆ, ਬੜੀ ਚੰਗੀ ਭੇਟਾ ਮਿਲੀ ਹੈ।
ਹੋਇ ਪ੍ਰਸੰਨ ਬਰ ਦੇ ਜਗ ਮਾਈ। ਆਪਣੀ ਜਗ ਮਾਈ ਖੁਸ਼ ਹੋ ਕੇ ਬਹੁਤ ਵੱਡਾ ਬਰ ਦੇਵੇਗੀ ਜਦੋਂ ਇਹਦੀ ਬਲੀ ਦੇਵਾਂਗੇ। ਤਿਹ ਛਿਨ ਆਇਓ ਢਿਗ ਮਰਦਾਨਾ। ਉਸ ਸਮੇਂ ਭਾਈ ਮਰਦਾਨਾ ਕੋਲ ਆਇਆ। ਬਾਲਾ ਸੋ ਅਸ ਬਚਨ ਬਖਾਨਾ। ਤੇ ਭਾਈ ਮਰਦਾਨੇ ਨੇ ਨੇੜੇ ਆ ਕੇ ਭਾਈ ਬਾਲੇ ਨੂੰ ਇਸ ਤਰ੍ਹਾਂ ਬਚਨ ਕਿਹਾ, ਬਾਲੇ ਰਹਿਓ ਜੀਵਨਾ ਤੇਰਾ। ਕਿਉਂਕਿ ਭਾਈ ਮਰਦਾਨਾ ਸੋਚ ਕੇ ਗਿਆ ਵੀ ਹੁਣ ਤੱਕ ਤਾਂ ਮੈਨੂੰ ਹੀ ਫੜਦੇ ਸੀ ਜਿੱਥੇ ਅੱਜ ਡੱਕੇ ਆਇਆ। ਭਾਈ ਮਰਦਾਨਾ ਕਹਿੰਦਾ, ਬਾਲਿਆ ਹੁਣ ਤੇਰਾ ਜਿਹੜਾ ਜੀਵਨ ਹੈ ਤਾਂ ਖਤਮ ਹੈ, ਹੁਣ ਤਾਂ ਤੇਰਾ ਜਿਉਣਾ ਜਾਂ ਖਤਮ ਹੋ ਗਿਆ। ਮ੍ਰਿਤ ਕਾਲ ਨੇ ਤੋ ਕੋ ਘੇਰਾ। ਆ ਦੇਖ ਲੈ ਹੁਣ ਤੈਨੂੰ ਮ੍ਰਿਤੂ ਕਾਲ, ਮ੍ਰਿਤੂ ਸਮੇਂ ਨੇ, ਕਾਲ ਨੇ ਘੇਰਾ ਪਾ ਲਿਆ। ਸਿਰ ਉਤਾਰ ਦੇ ਭੇਟ ਚੜਾਵੇ। ਭਾਈ ਬਾਲਿਆ ਤੇਰਾ ਸਿਰ ਵੱਢ ਕੇ ਇਹਨਾਂ ਨੇ ਹੁਣ ਭੇਟਾ ਚੜਾ ਦੇਣਾ ਹੈ। ਪੂਜ ਚੰਡਕਾ ਕੋ ਬਰ ਪਾਵੇ। ਇਹ ਚੰਡਕਾ ਨੂੰ ਪੂਜ ਕੇ ਵੱਡੇ ਵਰ ਪਾਉਣਗੇ। ਬੋਲਿਓ ਬਾਲਾ ਝੂਠ ਉਚਾਰਾ। ਭਾਈ ਬਾਲਾ ਕਹਿੰਦਾ, ਮਰਦਾਨਿਆ ਕਿਉਂ ਇਹ ਜੀਆਂ ਗੱਲਾਂ ਕਰਦਾ, ਪਤਾ ਤੂੰ ਕਿਉਂ ਇਹ ਝੂਠ ਬੋਲ ਰਿਹਾ ਹੈ। ਮਰਨ ਜੀਵਨ ਹੱਥ ਗੁਰ ਕਰਤਾਰਾ। ਉਹ ਗੁਰੂ ਨਾਨਕ ਦੇ ਪਾਤਸ਼ਾਹ ਕਰਤਾਰ ਵਾਹਿਗੁਰੂ ਦੇ ਹੱਥ ਵਿੱਚ ਹੈ ਮਰਨਾ ਤੇ ਜਿਉਣਾ। ਇਉਂ ਸੁਣ ਤੂਸਨ ਭਾ ਮਰਦਾਨਾ। ਇਹ ਸੁਣ ਕਰਕੇ ਭਾਈ ਮਰਦਾਨਾ ਚੁੱਪ ਹੋ ਗਿਆ। ਆਗੇ ਦੇਵੀ ਭਵਨ ਪਿਆਨਾ। ਤੇ ਅੱਗੇ ਦੇਵੀ ਦਾ ਭਵਨ ਆ ਗਿਆ। ਸ੍ਰੀ ਗੁਰ ਆਪ ਤਹਾਂ ਚੱਲ ਆਏ। ਗੁਰੂ ਨਾਨਕ ਦੇ ਪਾਤਸ਼ਾਹ ਸਭ ਕੁਝ ਵੇਖ ਰਹੇ ਸੀ। ਇਹ ਮਹਾਰਾਜ ਆਪ ਉੱਥੇ ਚੱਲ ਕੇ ਆ ਗਏ। ਦੇਖਿਆ ਤਮਾਸ਼ੋ ਕਛ ਨਾ ਲਾਈ। ਮਹਾਰਾਜ ਦੇਖ ਰਹੇ ਆ ਸਾਰਾ ਤਮਾਸ਼ਾ, ਪਰ ਕੁਝ ਬੋਲੇ ਨਹੀਂ। ਜਬ ਗੇ ਦੁਰਗਾ ਕੇਰ ਅਗਾਰੀ। ਜਦੋਂ ਚੰਡਕਾ ਦੁਰਗਾ ਦੇ ਅੱਗੇ ਗਏ ਹਨ, ਤਬ ਅਵਨੇਸ਼ਰ ਗਿਰਾ ਉਚਾਰੀ। ਤਦ ਭਾਈ ਅਵਨੇਸ਼ਰ ਜਿਹੜਾ ਉਹਨਾਂ ਦਾ ਰਾਜਾ ਸੀ, ਅਵਨੀਸ਼ਰ, ਅਵਨੀ ਧਰਤੀ ਨੂੰ ਕਹਿੰਦੇ, ਅਵਨੇਸ਼ਰ ਇਕੱਠਾ ਪਾਠ ਆ ਗਿਆ। ਧਰਤੀ ਦਾ ਈਸ਼ਰ ਭਾਵ ਰਾਜਾ, ਉਹਨੇ ਇਸ ਤਰ੍ਹਾਂ ਕਿਹਾ, ਇਸ ਮਾਨਵ ਕੀ ਭੇਟ ਚੜੀ ਜੈ। ਕਹਿੰਦੇ ਆ ਮਨੁੱਖ ਲਿਆਂਦਾ, ਇਹਦੀ ਭੇਟਾ ਚੜਾਓ। ਬਰਦਾਨੀ ਸੋ ਪ੍ਰਸੰਨ ਕਰੀਜੈ। ਇਹ ਬਰਦਾਤੀ ਨੂੰ ਅੱਜ ਪ੍ਰਸੰਨ ਕਰੀਏ। ਭੀਰ ਭੂਰ ਭੀ ਭਵਨ ਅਗਾਰੀ। ਉਹ ਭਵਨ ਮੰਦਰ ਅੱਗੇ ਬਹੁਤ ਵੱਡੀ ਭੀੜ ਇਕੱਠੀ ਹੋਈ ਹੈ। ਕੌਤਕ ਅਵਲੋਕਤ ਨਰ ਨਾਰੀ। ਮਾਈ ਭਾਈ ਇਸ ਕੌਤਕ ਨੂੰ ਵੇਖ ਰਹੇ। ਖੈਂਚ ਲਈ ਇੱਕ ਮਨਜ ਕਿਰਪਾਨਾ। ਇੱਕ ਮਨੁੱਖ ਨੇ ਕਿਰਪਾਨ ਖਿੱਚ ਲਈ। ਚਮਕੀ ਦੇਖ ਡਰਿਓ ਮਰਦਾਨਾ। ਭਾਈ ਮਰਦਾਨਾ ਦੇਖ ਕੇ ਡਰ ਗਿਆ ਕਿ ਹੁਣ ਭਾਈ ਬਾਲੇ ਦਾ ਸਿਰ ਵੱਢਣਗੇ। ਸੰਗ ਰਹਿਣ ਵਾਰੋ ਪ੍ਰਭ ਤੇਰੇ। ਮਹਾਰਾਜ ਨੂੰ ਕਹਿੰਦਾ, ਧੰਨ ਗੁਰੂ ਨਾਨਕ ਸੱਚਾ ਪਾਤਸ਼ਾਹ, ਆ ਤੇਰੇ ਨਾਲ ਰਹਿਣ ਵਾਲਾ ਹੈ ਪਰਮੇਸ਼ਰ। ਰੱਛਿਆ ਆਪ ਕਰੋ ਇਸ ਬੇਰੇ। ਹੁਣ ਆਪ ਇਹਦੀ ਇਸ ਵੇਲੇ ਤੁਸੀਂ ਰੱਖਿਆ ਕਰੋ। ਤਹਿ ਛਿਨ ਕ੍ਰੋਧ ਕਾਲ ਕਾ ਕੜਕੀ। ਹੁਣ ਕਾਲਕਾ ਵੀ ਤਾਂ ਬ੍ਰਹਮ ਦੇ ਹੁਕਮ 'ਚ ਹੀ ਹੈ ਸਾਰਾ ਕੁਝ। ਗੁਰੂ ਨਾਨਕ ਦੇ ਪਾਤਸ਼ਾਹ ਪਰਮੇਸ਼ਰ ਰੂਪ ਨੇ ਤਾਂ ਇਹ ਵੇਖ ਕੇ ਉਸੇ ਸਮੇਂ ਜਿਹੜੀ ਕਾਲਕਾ ਹੈ ਕ੍ਰੋਧ ਵਿੱਚ ਕੜਕੀ। ਭੀਰ ਭੂਰ ਮੇਲੇ ਕੀ ਭੜਕੀ। ਬਹੁਤ ਵੱਡਾ ਭੀੜ ਇਕੱਠ ਸੀ, ਮੇਲੇ ਦਾ ਭੜਕ ਗਈ। ਪ੍ਰਗਟੀ ਚੰਡ ਪ੍ਰਚੰਡ ਭਿਆਨਾ। ਉੱਥੇ ਫਿਰ ਜਿਹੜੀ ਚੰਡੀ ਪ੍ਰਗਟ ਹੋਈ, ਉਹਨੇ ਬਹੁਤ ਭਿਆਨਕ ਜਿਹੜਾ ਰੂਪ ਹੈ। ਤਹਿ ਨਰ ਕਰਤੇ ਛੀਨ ਕਿਰਪਾਨਾ। ਉਸ ਮਨੁੱਖ ਦੇ ਕਰ ਤੇ ਹੱਥ ਤੋਂ ਕਿਰਪਾਨ ਖੋ ਲਈ। ਖੁਤੋ ਨਰੇਸ਼ ਠਾਂਡ ਜਹ ਠਾਈ। ਮਾਇਆ ਹੀ ਹੈ, ਮਹਾਰਾਜ ਨੇ ਰੂਪ ਬਣਾਤਾ। ਜਿੱਥੇ ਰਾਜਾ ਖੜਾ ਸੀ ਉਸ ਜਗ੍ਹਾ ਜਾ ਖੜੀ। ਜਾਏ ਤਾਹੇ ਕੇ ਕੰਠ ਲਗਾਈ। ਤੇ ਜਾ ਕੇ ਰਾਜੇ ਦੀ ਗਰਦਨ ਨੂੰ ਕਿਰਪਾਨ ਲਾ ਲਈ। ਤਤ ਛਿਨ ਧਰ ਤੇ ਸਿਰ ਗਿਰ ਪਰਿਆ। ਤੁਰੰਤ ਹੀ ਰਾਜੇ ਦਾ ਸਿਰ ਕੱਟ ਕੇ ਧਰਤੀ ਤੇ ਡਿੱਗ ਪਿਆ। ਜਨ ਸ਼ਾਖਾ ਤੇ ਫਲ ਕਿਨ ਹਰਿਆ।
ਇਉਂ ਪਾਸੇ ਹੋ ਗਿਆ ਸਿਰ ਧੜ ਨਾਲੋਂ, ਜਿਵੇਂ ਕਿਸੇ ਸ਼ਾਖਾ ਤੋਂ ਕਿਸੇ ਨੇ ਫਲ ਤੋੜ ਲਿਆ ਹੋਵੇ। ਸਰੋਣਤ ਚੱਲਿਓ ਗਿਰਿਓ ਨ੍ਰਿਪ ਧਰਨੀ, ਖੂਨ ਚੱਲ ਪਿਆ ਰਾਜਾ ਧਰਤੀ ਤੇ ਡਿੱਗ ਪਿਆ। ਭਾਗੇ ਲੋਕ ਪਿਖਤ ਅਸ ਕਰਨੀ, ਐਸੀ ਕਰਨੀ ਵੇਖ ਕੇ ਲੋਕ ਭੱਜ ਪਏ। ਰਹਿਓ ਨਾ ਕੋ ਨਰ ਤਹਿ ਥਨ, ਕੋਈ ਮਨੁੱਖ ਨਾ ਉਥੇ ਰਿਹਾ। ਤੀਨੋਂ ਬਾਲਾ ਗੁਰ ਮਰਦਾਨਾ, ਸਤਿਗੁਰੂ ਰਹਿ ਗਏ ਭਾਈ ਬਾਲਾ ਤੇ ਮਰਦਾਨਾ ਹਨ। ਅਸ ਕਰ ਲੋਪ ਭਈ ਤਬ ਦੇਵੀ, ਐਸਾ ਕਰਕੇ ਉਹ ਦੇਵੀ ਜਿਹੜੀ ਹੈ ਫਿਰ ਲੋਪ ਹੋ ਗਈ। ਸਤਿਗੁਰ ਮਹਿਮਾ ਅਲਖ ਭੇਵੀ, ਤੇ ਸਤਿਗੁਰੂ ਦੀ ਬੇਅੰਤ ਮਹਿਮਾ ਜੋ ਲਖਣੇ ਤੋਂ ਰਹਿਤ ਹੈ, ਭੇਦਣ ਤੋਂ ਰਹਿਤ ਹੈ, ਉਹ ਹੋਈ। ਬੜਿਓ ਨਗਰ ਮਹਿ ਸ਼ੋਕ ਅਪਾਰੀ, ਰਾਜਾ ਮਰ ਗਿਆ ਤੇ ਨਗਰ ਵਿੱਚ ਬਹੁਤ ਜ਼ਿਆਦੇ ਸੋਗ ਪੈ ਗਿਆ। ਠੌਰ ਠੌਰ ਰੋਵੈ ਨਰ ਨਾਰੀ, ਜਗਾ ਜਗਾ ਮਾਈ ਭਾਈ ਰੋਂਦੇ ਹਨ। ਕੀਏ ਵਿਚਾਰ ਜੇ ਹੋਤੇ ਸਿਆਣੇ, ਫਿਰ ਜਿਹੜੇ ਸਿਆਣੇ ਪੁਰਸ਼ ਸੀ ਨਾ, ਉਹਨਾਂ ਨੇ ਵਿਚਾਰ ਕੀਤੀ। ਕਲਾਵਾਨ ਗੁਰ ਕੋ ਵੱਡ ਜਾਣੇ, ਉਹਨਾਂ ਜਾਣਿਆ ਜਿਹੜਾ ਗੁਰੂ ਹੈ ਬਹੁਤ ਵੱਡੀ ਕਲਾ ਵਾਲਾ ਹੈ। ਆਏ ਸਭ ਹੀ ਤਬ ਭਰ ਭਾਉ, ਤਾਂ ਫਿਰ ਭਾਵਨਾ ਧਾਰ ਕੇ ਸਾਰੇ ਪਹੁੰਚੇ। ਸ੍ਰੀ ਗੁਰ ਕੋ ਲਖ ਲੀਨ ਪ੍ਰਭਾਉ, ਸ੍ਰੀ ਗੁਰੂ ਪਾਤਸ਼ਾਹ ਮਹਾਰਾਜ ਦੇ ਪ੍ਰਭਾਵ ਨੂੰ ਉਹਨਾਂ ਜਾਣ ਲਿਆ। ਨ੍ਰਿਪ ਸੁਤ ਠਾਡੋ ਆਏ ਅਗਾਰੀ, ਉਹ ਸਿਆਣੇ ਪੁਰਸ਼ਾਂ ਨੇ ਰਾਜੇ ਦਾ ਪੁੱਤਰ ਵੀ ਨਾਲ ਲਿਆਂਦਾ। ਉਹ ਵੀ ਆ ਕੇ ਭਾਈ ਸਤਿਗੁਰਾਂ ਅੱਗੇ ਖੜ ਗਿਆ। ਕਰ ਕੈ ਬੰਧਨ ਬਿਨੈ ਉਚਾਰੀ, ਉਹ ਰਾਜੇ ਦੇ ਪੁੱਤਰ ਨੇ ਬੰਦਨਾ ਕੀਤੀ, ਬੇਨਤੀ ਕੀਤੀ। ਕਰੋ ਛਿਮਾ ਅਪਰਾਧ ਹਮਾਰਾ, ਕਹਿੰਦੇ ਮਹਾਰਾਜ ਸਾਡਾ ਅਪਰਾਧ ਖਿਮਾ ਕਰ ਦਿਓ। ਹਮ ਨਹਿ ਜਾਣਿਓ ਭੇਦ ਤੁਮਾਰਾ, ਅਸੀਂ ਮਹਾਰਾਜ ਤੁਹਾਡਾ ਭੇਦ ਨਹੀਂ ਜਾਣਿਆ ਹੈ। ਸਿੱਖ ਆਪਣੇ ਹਮੈ ਕਰੀਜੈ, ਕਿਰਪਾ ਕਰੋ ਹੁਣ ਸਾਨੂੰ ਆਪਣੇ ਸਿੱਖ ਬਣਾਵੋ। ਅਬ ਹੈ ਦਾਨ ਸਭ ਹਨ ਕੋ ਦੀਜੈ, ਅਬ ਹੈ ਨਾਸ਼ ਤੋਂ ਰਹਿਤ ਸ਼ੁਭ ਦਾਨ, ਕਿਰਪਾ ਕਰਕੇ ਸਾਰਿਆਂ ਨੂੰ ਸਾਨੂੰ ਬਖਸ਼ੋ। ਸੁਨਤ ਬਿਨੈ ਹੋਇ ਗੇ ਕਿਰਪਾਲਾ, ਇਉਂ ਬੇਨਤੀ ਸੁਣ ਕਰਕੇ ਕਿਰਪਾਲੂ ਦਾਤਾ ਜੀ ਆਪਨ ਦੇ ਉਪਦੇਸ਼ ਵਿਸਾਲਾ, ਆਪਣਾ ਭਾਈ ਮਹਾਨ ਸਤਿਗੁਰਾਂ ਨੇ ਉਪਦੇਸ਼ ਬਖਸ਼ਿਆ। ਸਤਿਨਾਮ ਕੋ ਸਿਮਰਨ ਕਰਨੋ, ਉਪਦੇਸ਼ ਹੋਈ ਹੈ ਭਾਈ ਸੱਚੇ ਨਾਮ ਦਾ ਸਿਮਰਨ ਕਰੋ। ਸੰਤ ਸੇਵ ਮੈਂ ਹਿਤ ਉਰ ਧਰਨੋ, ਸਾਧੂ ਸੰਤਾਂ ਦੀ ਸੇਵਾ ਆਪਣੇ ਹਿਰਦੇ ਭਾਵਨਾ ਵਿੱਚ ਧਾਰਨ ਕਰੋ। ਭੂਪਤ ਦਾਹੋ ਬਹੁਰ ਕਰਵਾਇਓ, ਫਿਰ ਮਹਾਰਾਜ ਨੇ ਉਹ ਰਾਜੇ ਦਾ ਸੰਸਕਾਰ ਕਰਵਾਇਆ। ਸਿੰਘਾਸਨ ਨ੍ਰਿਪ ਸੁਤ ਬੈਠਾਇਓ, ਤੇ ਸਿੰਘਾਸਣ ਦੇ ਉੱਤੇ ਰਾਜੇ ਦੇ ਪੁੱਤਰ ਨੂੰ ਬਿਠਾਇਆ ਹੈ। ਦੋਹਰਾ ਨਾਮ ਧਰਮ ਜਸ ਰਾਖਿਓ, ਰਾਜ ਤਿਲਕ ਕੋ ਦੇ, ਉਹਦਾ ਨੌ ਜਿਹੜਾ ਹੈ ਧਰਮ ਜਸ ਰੱਖਿਆ ਤੇ ਉਸ ਨੂੰ ਰਾਜ ਤਿਲਕ ਦਿੱਤਾ। ਸੁੰਦਰ ਧਰਮਸ਼ਾਲਾ ਰਚੀ, ਕੀਰਤ ਤਹਾਂ ਕਰੇ, ਸੋਹਣੀ ਸੁੰਦਰ ਧਰਮਸ਼ਾਲ ਰਚੀ ਗਈ। ਸਾਰੇ ਫਿਰ ਉੱਥੇ ਪਰਮੇਸ਼ਰ ਦੀ ਕੀਰਤੀ ਕਰਦੇ, ਸਾਸੰਗ ਕਰਦੇ ਹਨ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ, ਇੱਥੇ ਤੱਕ ਭਾਈ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਪ੍ਰਥਮ ਮਹੱਲੇ ਪਹਿਲੇ ਮਹੱਲੇ ਦੇ 9 ਖੰਡਨ ਪ੍ਰਸੰਗ ਵਰਣਨ, 9 ਖੰਡਾਂ ਦਾ ਪ੍ਰਸੰਗ ਵਰਣਨ ਕੀਤਾ ਹੈ। ਨਾਮ 45ਵਾਂ ਮੰਦਰ ਹੈ, ਇਹ 45ਵਾਂ ਘਰ ਹੈ। ਭਾਵ ਇੱਥੇ ਤੱਕ ਇਉਂ ਖੰਡਾਂ ਦਾ ਜਿਹੜਾ ਹੈ, ਅੱਗੇ 1-2 ਖੰਡਾਂ ਦਾ ਪ੍ਰਸੰਗ ਉਹ ਕੱਲ ਅੱਗੇ 46ਵੇਂ ਘਰ ਪ੍ਰਸੰਗ ਵਿੱਚ ਆ ਜਾਵੇਗਾ। ਆਓ ਸਤਿਗੁਰੂ ਮਹਾਰਾਜ ਕਿਰਪਾ ਕਰਨ, ਭੁੱਲ ਚੁੱਕ ਦੀ ਖਿਮਾ, ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।